ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਹਾਂ ਖਬਰ ਪੜਤਾਲ ਦਾ ਖਾਸ ਪ੍ਰੋਗਰਾਮ ਲੈ ਕੇ। ਮੈਂ ਹਾਂ ਗਗਨਦੀਪ ਸਿੰਘ ਤੇ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਸੋ ਅੱਜ ਖਾਸ ਮਸਲੇ ਨੇ ਜਿਨ੍ਹਾਂ ਦੇ ਉੱਤੇ ਚਰਚਾ ਕਰਨੀ ਹੈ। ਬੀਤੀ ਰਾਤ ਕਿਸਾਨ ਜਥੇਬੰਦੀਆਂ ਦੀ ਕੇਂਦਰ ਦੇ ਨਾਲ ਮੀਟਿੰਗ ਹੋਈ ਹੈ। ਵੈਸੇ ਜੇ ਮੀਟਿੰਗ ਦਾ ਸਮਾਂ ਵੇਖਿਆ ਜਾਵੇ ਤਾਂ ਤਕਰੀਬਨ 6 ਘੰਟੇ ਦੇ ਕਰੀਬ ਮੀਟਿੰਗ ਚੱਲੀ, ਪਰ ਜਿਸ ਮੀਟਿੰਗ ਦੇ ਵਿੱਚ ਗੱਲਬਾਤ ਹੋਈ ਉਹ ਸਿਰਫ ਤੇ ਸਿਰਫ 30 ਮਿੰਟ ਦੇ ਕਰੀਬ ਦਾ ਸਮਾਂ ਰਿਹਾ। ਕੀ ਕੁਝ ਖਾਸ ਰਿਹਾ ਇਸ ਮੀਟਿੰਗ ਦੇ ਵਿੱਚ ਤੇ ਕੀ ਕੁਝ ਵਾਪਰਿਆ ਇਸ ਮੀਟਿੰਗ ਤੋਂ ਬਾਅਦ, ਉਹ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ। ਤੇ ਨਾਲ ਹੀ ਹੁਣ 26 ਜਨਵਰੀ ਦੇ ਉੱਤੇ ਜੋ ਡੈਡਲੌਕ ਬਣਿਆ ਇਹਦਾ ਅਸਰ ਕੀ ਪਏਗਾ ਉਸ ਦੇ ਉੱਤੇ ਵੀ ਚਰਚਾ ਕਰਾਂਗੇ। ਤੇ ਹੁਣ ਕਾਂਗਰਸ ਪਾਰਟੀ ਨੂੰ ਨਵਾਂ ਪ੍ਰਧਾਨ ਜਲਦ ਮਿਲ ਜਾਵੇਗਾ, ਇਸ ਤੇ ਵੀ ਚਰਚਾ ਕਰਾਂਗੇ। ਵੱਖੋ ਵੱਖਰੇ ਮਸਲੇ ਨੇ ਹੋਰ ਜਿਨ੍ਹਾਂ ਤੇ ਚਰਚਾ ਪ੍ਰੋਗਰਾਮ ਦੇ ਜ਼ਰੀਏ ਚੱਲਦੇ ਕਰਦੇ ਰਵਾਂਗੇ। ਪਹਿਲਾਂ ਡੱਲਾ ਸਾਹਿਬ ਹੁਣਾਂ ਦਾ ਸਵਾਗਤ ਕਰਾਂਗੇ, ਫਿਰ ਅੱਗੇ ਵਧਦੇ ਹਾਂ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਧੰਨਵਾਦ ਜੀ, ਤੁਹਾਡਾ ਵੀ ਸਾਰੇ ਪੰਜਾਬੀਆਂ ਦਾ ਹੀ ਬਹੁਤ ਧੰਨਵਾਦ। ਡੱਲਾ ਜੀ, ਜੋ ਕੱਲ ਮੀਟਿੰਗ ਦੇ ਵਿੱਚ ਜੋ ਕੁਝ ਵਾਪਰਿਆ ਉਹਨੂੰ ਤੁਸੀਂ ਕਿੱਦਾਂ ਵੇਖ ਰਹੇ ਹੋ? ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਮਿਠਾਸ ਬਣੀ ਸੀ 10ਵੀਂ ਮੀਟਿੰਗ 'ਚ, ਕੱਲ ਦੁਬਾਰਾ ਖਟਾਸ ਵਾਲੀ ਗੱਲ ਹੋ ਗਈ। ਸੋ ਮੀਟਿੰਗ ਬੜੀ ਕੱਲ ਦਿਲ ਨੂੰ ਸੱਟਾਂ ਮਾਰਨ ਵਾਲੀ ਸੀ। ਕੱਲ ਆਸ ਹਰ ਕਿਸੇ ਨੂੰ ਇਹ ਸੀ ਗਗਨ ਕਿ ਜਿਹੜੀ ਕੱਲ ਦੀ ਮੀਟਿੰਗ ਹੈ ਨਾ ਜੀ, ਇਹ ਫੈਸਲਾ ਕੁਨ ਹੋਏਗੀ। ਕਿਸਾਨਾਂ ਨੇ ਜਿਹੜਾ 1.5 ਸਾਲ ਦਾ ਮੁਲਤਵੀ ਕਰਨ ਦਾ ਪ੍ਰਸਤਾਵ ਸੀ ਉਹਨੂੰ ਰੱਦ ਕੀਤਾ ਸੀ। ਇਸ ਆਸ 'ਚ ਮੀਟਿੰਗ ਹੋਈ ਸੀ ਕਿ ਸਰਕਾਰ ਕਿਸਾਨਾਂ ਦੇ ਦਰਦ ਨੂੰ ਸਮਝਦੇ ਹੋਏ ਹੋਰ ਜਾਗਰੂਕ ਹੋਏਗੀ ਤੇ ਆਖਿਰਕਾਰ ਕਿਸਾਨ ਮੰਨੇਗੀ ਕਿ ਅਸੀਂ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਕੇ ਨਵੇਂ ਸਿਰੇ ਤੋਂ ਖੇਤੀ ਕਾਨੂੰਨਾਂ ਨੂੰ ਬਣਾਉਣ ਦਾ ਅਮਲ ਸ਼ੁਰੂ ਕਰਾਂਗੇ, ਜਾਂ ਸਰਕਾਰ ਆਪਣੇ ਰਹਿੰਦੇ ਕਾਰਜਕਾਲ ਤੱਕ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਦੀ ਗੱਲ ਕਹੇਗੀ, ਜਾਂ ਕਿਸਾਨਾਂ ਨੂੰ MSP ਦੇ ਕਾਨੂੰਨ ਦਾ ਤੋਹਫਾ ਦੇਗੀ ਕਿ ਚਲੋ ਅਸੀਂ MSP ਤੇ ਕਾਨੂੰਨ ਬਣਾਉਣੇ ਆ, ਜਾਂ ਸਰਕਾਰ ਕਹੇਗੀ ਅਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਇਨ ਬਿਨ ਲਾਗੂ ਕਰਦੇ ਹਾਂ। ਤਰਜ ਵਾਲੀ ਗੱਲ ਸਰਕਾਰ ਛੱਡੂਗੀ। ਪਰ ਕੱਲ ਦੀ ਮੀਟਿੰਗ ਹੈ ਜਿਹੜੀ ਉਹ ਲੱਗਿਆ ਨਹੀਂ ਗਗਨ ਕਿਤੇ ਵੀ ਕਿ ਕੱਲ ਮੀਟਿੰਗ ਹੋ ਰਹੀ ਹੈ। ਸੋ ਕੱਲ ਇਹ ਬੜੀ ਹੈਰਾਨੀ ਵਾਲੀ ਗੱਲ ਹੈ। ਜਦੋਂ ਸਾਡੇ ਬੱਸ 'ਚ ਬੈਠ ਕੇ ਸਾਡੇ ਕਿਸਾਨ ਯੂਨੀਅਨਾਂ ਦੇ ਆਗੂ ਉੱਥੇ ਗਏ ਤੇ ਆਮ ਤੌਰ ਤੇ ਮੰਤਰੀ ਤਾਂ ਸਮੇਂ ਤੇ ਆ ਗਏ, ਜਿਹੜੇ ਨਰਿੰਦਰ ਤੋਮਰ ਖੇਤੀਬਾੜੀ ਮੰਤਰੀ ਆ ਉਹ ਵੀ ਸਮੇਂ ਤੇ ਆਏ ਸੀ, ਪਰ ਮੰਨਿਆ ਜਾ ਰਿਹਾ ਸੀ ਕਿ ਬੜੀ ਉਸਾਰੂ ਬੈਠਕ ਹੋਊਗੀ। ਪਰ ਪਤਾ ਲੱਗਿਆ ਕਿ ਪਹਿਲੇ 15-20 ਮਿੰਟ ਜਿਹੜੀ ਬੈਠਕ ਹੋਈ ਉਹ 'ਚ ਗਰਮਾ ਗਰਮੀ ਵੀ ਹੋਈ। ਕਿਤੇ ਨਾ ਕਿਤੇ ਸਰਕਾਰ ਨੇ ਇਹ ਵੀ ਨਾਰਾਜ਼ਗੀ ਪ੍ਰਗਟ ਕੀਤੀ ਮੰਤਰੀ ਨੇ ਕਿ ਕਿਸਾਨਾਂ ਨੇ ਜਿਹੜੀ ਮੀਟਿੰਗ ਕਰਕੇ ਸਰਕਾਰ ਦਾ 1.5 ਸਾਲ ਦੇ ਪ੍ਰਸਤਾਵ ਵਾਲਾ ਮਤਾ ਰੱਦ ਕੀਤਾ ਸੀ, ਉਹ ਗੱਲ ਮੀਡੀਆ 'ਚ ਨਾ ਜਾਂਦੀ ਤਾਂ ਚੰਗੀ ਗੱਲ ਸੀ। ਸਰਕਾਰ ਚਾਹੁੰਦੀ ਸੀ ਵੀ ਤੁਸੀਂ ਮੀਡੀਆ 'ਚ ਕਿਉਂ ਚਲੇ ਗਏ, ਤੁਹਾਨੂੰ ਇਸ ਟੇਬਲ ਤੇ ਮੀਟਿੰਗ ਦੇ ਦਰਮਿਆਨ ਆਪਣਾ ਫੈਸਲਾ ਪਹਿਲਾਂ ਦੱਸਣਾ ਚਾਹੀਦਾ ਸੀ। ਇਹ ਉਹਨਾਂ ਨੇ ਗੱਲ ਕਹੀ। ਕਿਸਾਨਾਂ ਨੇ ਕਿਹਾ ਕਿ ਅਸੀਂ ਤਾਂ ਖੁੱਲੀ ਕਿਤਾਬ ਆ, ਸਾਡਾ ਅੰਦੋਲਨ ਤਾਂ ਲੋਕਾਂ ਦਾ ਹੈ, ਮੀਟਿੰਗ 'ਚ ਜੋ ਕੁਝ ਹੁੰਦਾ ਹੈ ਫੈਸਲੇ ਹੁੰਦੇ ਨੇ ਉਹ ਆਪਣੇ ਆਪ ਮੀਡੀਆ 'ਚ ਚਲੇ ਜਾਂਦੇ ਨੇ। ਤੇ ਫਿਰ ਕਿਸਾਨਾਂ ਨੇ ਕਿਹਾ ਕਿ ਅਸੀਂ ਬਿਆਨ ਵੀ ਜਾਰੀ ਕੀਤਾ, ਕਿਉਂਕਿ ਟਰਾਂਸਪੇਰੈਂਸੀ ਨਾਲ ਅਸੀਂ ਬਿਆਨ ਜਾਰੀ ਕਰਦੇ ਹਾਂ, ਸਰਕਾਰ ਵੀ ਵੱਖ-ਵੱਖ ਸਮੇਂ ਤੇ ਬਿਆਨ ਜਾਰੀ ਕਰਦੀ ਹੈ। ਇਹ ਕੋਈ ਤੈਅ ਨਹੀਂ ਸੀ ਹੋਇਆ ਮੀਟਿੰਗ 'ਚ ਵੀ ਸਾਡੇ 2 ਸਾਲ ਦਾ ਪ੍ਰਪੋਜ਼ਲ ਹੈ ਜਿਹੜਾ ਉਹ ਕਿਸਾਨ ਉਹਦੇ ਤੇ ਵਿਚਾਰ ਕਰ ਲੈਣ ਤੇ ਮੀਡੀਆ ਨੂੰ ਨਾ ਦੱਸਣ। ਇਹ ਕੋਈ ਗੱਲ ਐਲਾਨੀ ਨਹੀਂ ਸੀ ਗਈ ਜੀ। ਸੋ ਇਹ ਗੱਲ ਉਹਨਾਂ ਨੂੰ ਬੁਰੀ ਲੱਗੀ ਵੀ ਕਿਸਾਨ ਮੀਡੀਆ ਤੇ ਚਲੇ ਗਏ। 15-20 ਮਿੰਟ ਦੀ ਮੀਟਿੰਗ ਜਿਹੜੀ ਕੱਲ ਸੀ ਉਹ ਤਕਰਾਰ 'ਚ ਹੋਈ, ਗਰਮਾ ਗਰਮੀ ਵੀ ਹੋਈ। ਉਸ ਤੋਂ ਬਾਅਦ ਇਹ ਜੋ ਖਬਰਾਂ ਦੱਸੀਆਂ ਕਿਸਾਨ ਆਗੂਆਂ ਨੇ ਬਾਹਰ ਆ ਕੇ, ਕਿਉਂਕਿ ਮੀਟਿੰਗ ਦੇ ਅੰਦਰ ਤਾਂ ਕੋਈ ਵੀ ਨਹੀਂ ਸੀ, ਕਿਸੇ ਨੂੰ ਮਨਜ਼ੂਰੀ ਨਹੀਂ ਸੀ। ਕਿਸਾਨ ਆਗੂ ਕਹਿੰਦੇ ਵੀ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਵਿਚਾਰ ਕਰ ਲਓ, ਜੋ ਪ੍ਰਪੋਜ਼ਲ ਅਸੀਂ ਦਿੱਤਾ ਸੀ, ਅਗਰ ਤੁਸੀਂ ਉਹਦੇ ਤੇ ਹੋਰ ਸਮਾਂ ਲੈਣਾ ਚਾਹੁੰਦੇ ਹੋ, ਦੁਬਾਰਾ ਵਿਚਾਰ ਕਰਨਾ ਚਾਹੁੰਦੇ ਹੋ ਤਾਂ ਵਿਚਾਰ ਕਰ ਲਓ। ਇੱਕ ਵਾਰੀ ਬ੍ਰੇਕ ਹੋਈ, ਮੀਟਿੰਗ ਰੁਕੀ, ਫਿਰ ਕੋਈ 3 ਕਹਿ ਰਿਹਾ, ਕੋਈ 3:15, ਕੋਈ 3:30, ਚਲੋ ਆਪਾਂ ਮੰਨ ਲਈਏ ਵੀ 3, 3:15, 3.5 ਘੰਟੇ ਫਿਰ ਮੀਟਿੰਗ ਨਹੀਂ ਹੋਈ। ਕਿਸਾਨ ਇੰਤਜ਼ਾਰ ਕਰਦੇ ਰਹੇ। ਉਸ ਦਰਮਿਆਨ ਕਿਸਾਨਾਂ ਨੂੰ ਕਾਫੀ ਬੁਰਾ ਵੀ ਲੱਗਿਆ। ਵਿੱਚ ਟੈਲੀਵਿਜ਼ਨਾਂ ਦੇ, ਦੇਸ਼ ਭਰ ਦੇ ਟੈਲੀਵਿਜ਼ਨ, ਵਿੱਚ ਗੋਦੀ ਵਾਲੇ ਟੈਲੀਵਿਜ਼ਨ ਵੀ ਇਹ ਮੀਟਿੰਗ ਦੀਆਂ ਖਬਰਾਂ ਦਿਖਾ ਰਹੇ ਸੀ, ਸੋਸ਼ਲ ਮੀਡੀਆ ਵੀ ਦਿਖਾ ਰਿਹਾ ਸੀ। ਕਿਸਾਨ ਸਬਰ ਨਾਲ ਇੰਤਜ਼ਾਰ ਕਰ ਰਹੇ ਸੀ, ਪਰ ਕਿਸਾਨਾਂ ਨੂੰ ਇੰਤਜ਼ਾਰ ਸੀ ਕਿ ਜਲਦੀ ਆਓ, ਕਿਉਂਕਿ 26 ਜਨਵਰੀ ਦੀਆਂ ਗਣਤੰਤਰ ਦਿਹਾੜੇ ਦੀਆਂ ਤਿਆਰੀਆਂ 'ਚ ਵੀ ਗਗਨ ਕਿਸਾਨ ਲੱਗੇ ਸੀ। ਪਰ 3, 3:15, 3.5 ਘੰਟੇ ਮੰਤਰੀ ਨਹੀਂ ਆਏ। ਇਹ ਬੜੀ ਹੈਰਾਨੀ ਵਾਲੀ ਗੱਲ ਸੀ ਕਿ ਇੰਨਾ ਸਮਾਂ ਮੰਤਰੀ ਕਿੱਥੇ ਚਲੇ ਗਏ, ਕੀ ਕਰਨ ਚਲੇ ਗਏ, ਕੀ ਮੀਟਿੰਗ ਕਰਨ ਚਲੇ ਗਏ, ਕੀ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣ ਚਲੇ ਗਏ, ਕੀ ਗ੍ਰਹਿ ਮੰਤਰੀ ਨੂੰ ਮਿਲਣ ਚਲੇ ਗਏ, ਕੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਕੋਈ ਐਫੀਡੇਵਿਟ ਤਿਆਰ ਕਰ ਰਹੇ ਸੀ, ਕੀ ਕੋਈ ਹਲਫਨਾਮਾ ਬਣਾ ਰਹੇ ਸੀ, ਕੀ ਕੋਈ ਕਿਸਾਨਾਂ ਨੂੰ ਦੇਣ ਲਈ ਲਿਖਤੀ ਪ੍ਰਸਤਾਵ ਤਿਆਰ ਕੀਤਾ ਜਾ ਰਿਹਾ ਸੀ, ਜਾਂ ਕਿਸੇ ਹੋਰ ਜ਼ਰੂਰੀ ਦੇਵੇਂ ਦੇ ਵਿੱਚ ਮੰਤਰੀ ਚਲੇ ਗਏ, ਕੋਈ ਪਾਰਟੀ ਮੀਟਿੰਗ 'ਚ ਚਲੇ ਗਏ, ਕਿੱਥੇ ਚਲੇ ਗਏ। ਉੱਥੇ ਕਿਸਾਨ ਇਹੀ ਸੋਚ ਰਹੇ ਸੀ ਵੀ ਹੁਣ ਆਉਂਦੇ ਨੇ, ਹੁਣ ਆਉਂਦੇ ਨੇ, ਹੁਣ ਆਉਂਦੇ ਨੇ। ਜਿਵੇਂ ਪੰਜਾਬ ਦੇ ਲੋਕ, ਅਸੀਂ 2-3 ਵਰ੍ਹੇ ਪਹਿਲਾਂ
ਪੰਜਾਬ 'ਚ ਬਿਜਲੀ ਉਡੀਕਦੇ ਹੁੰਦੇ ਸੀ, ਹਰ ਰੋਜ਼ ਰਾਤ ਨੂੰ ਕੱਟ ਲੱਗਦੇ ਸੀ, ਫਿਰ ਉਡੀਕਦੇ ਸੀ ਵੀ ਕਦੋਂ ਬਿਜਲੀ ਆਉਂਦੀ ਹੈ, 3-3 4-4 5-5 ਘੰਟੇ ਇੰਤਜ਼ਾਰ ਕਰਦੇ ਸੀ। ਚਲੋ ਇਹ ਗੱਲ ਤਾਂ 5-7 ਸਾਲ ਪੁਰਾਣੀ ਹੋ ਗਈ, ਹੁਣ ਬਿਜਲੀ ਦੇ ਕੱਟ ਤਾਂ ਐਡੇ ਲੱਗਦੇ ਨਹੀਂ, ਪਰ ਹੁਣ ਬਿਜਲੀ ਦੇ ਬਿੱਲ ਡਰਾਉਂਦੇ ਆ ਲੋਕਾਂ ਨੂੰ। ਸੋ ਬਿਜਲੀ ਦਾ ਡਰ ਕਿਸੇ ਨਾ ਕਿਸੇ ਰੂਪ 'ਚ ਹੈ। ਹੁਣ 3:30 ਸਵਾ 3 3.5 ਘੰਟਿਆਂ ਬਾਅਦ ਜਦੋਂ ਮੰਤਰੀ ਆਏ, ਫੇਰ ਮੀਟਿੰਗ 15-20 ਮਿੰਟ, ਫੇਰ ਆਸ ਹੋਈ ਵੀ ਕੋਈ ਮੰਤਰੀ ਗਗਨ ਪ੍ਰਸਤਾਵ ਲੈ ਕੇ ਆਉਣਗੇ ਜੀ, ਕੋਈ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਕਰਨਗੇ ਜਾਂ ਸਮਾਂ ਮੁਲਤਵੀ ਕਰਨ ਦਾ ਵਧਾਉਣ ਦੀ ਗੱਲ ਕਰਨਗੇ। ਪਰ ਫਿਰ ਨਰਿੰਦਰ ਤੋਮਰ ਉਹਨਾਂ ਨੇ ਕਿਸਾਨਾਂ ਦੇ ਮੁਤਾਬਕ ਉਹੀ ਗੱਲ ਕੀਤੀ ਕਿ ਅਗਰ ਤੁਸੀਂ ਕੋਈ ਵਿਚਾਰ ਕਰਨਾ ਚਾਹੁੰਦੇ ਹੋ ਸਾਡੇ ਪੁਰਾਣੇ ਪ੍ਰਪੋਜ਼ਲ ਤੇ ਅਸੀਂ ਤਿਆਰ ਹਾਂ। ਜੇ ਤੁਸੀਂ ਕੋਈ ਆਪਣੀ ਮੀਟਿੰਗ ਕਰਨੀ ਹੈ ਕਰ ਲਓ, ਔਰ ਅਗਰ ਤੁਸੀਂ ਕੱਲ ਕਹੋਗੇ ਅਸੀਂ ਕੱਲ ਵੀ ਉਹਦੇ ਤੇ ਵਿਚਾਰ ਕਰ ਲਾਂਗੇ। ਅਗਲੀ ਮੀਟਿੰਗ ਦਾ ਕਹਿੰਦੇ ਅਸੀਂ ਕੋਈ ਸਮਾਂ ਨਹੀਂ ਤੈਅ ਕਰ ਸਕਦੇ, ਜੋ ਅਸੀਂ ਤੁਹਾਨੂੰ ਵੱਧ ਤੋਂ ਵੱਧ ਦੇ ਸਕਦੀ ਸੀ ਸਰਕਾਰ ਉਹ ਦੇਤਾ। ਜੀ, ਇਹ ਸ਼ਬਦ ਕਹਿਣਾ ਕਿ ਅਸੀਂ ਜੋ ਵੱਧ ਤੋਂ ਵੱਧ ਦੇ ਸਕਦੇ ਸੀ ਉਹ ਦੇਤਾ, ਮਤਲਬ ਸਰਕਾਰ ਨੇ ਇੱਕ ਵਾਰੀ ਫੇਰ ਇਹ ਸਪਸ਼ਟ ਕਰਤਾ ਕਿ ਅਸੀਂ ਕਾਨੂੰਨ ਰੱਦ ਨਹੀਂ ਕਰਨੇ। ਕਿਸਾਨਾਂ ਦੀ ਮੰਗ ਹੈ ਕਾਨੂੰਨ ਰੱਦ ਕਰੋ, MSP ਦਾ ਕਾਨੂੰਨ ਬਣਾਓ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰੋ। ਪਰ ਇਸ ਮੀਟਿੰਗ ਦੀਆਂ 2 ਮੰਗਾਂ ਸੀ, 3 ਕਾਨੂੰਨ ਰੱਦ ਕਰੋ, MSP ਦਾ ਕਾਨੂੰਨ ਬਣਾਓ। ਸਰਕਾਰ ਕਹਿੰਦੀ ਅਸੀਂ ਜੋ ਪ੍ਰਪੋਜ਼ਲ ਦਿੱਤਾ ਹੈ ਉਸ ਤੋਂ ਉੱਪਰ ਨਹੀਂ ਜਾ ਸਕਦੇ। ਮਤਲਬ ਕਿ ਕੱਲ ਇੱਕ ਡੈਡ ਲੌਕ ਆ ਗਿਆ, ਕੱਲ ਗੱਲਬਾਤ ਟੁੱਟ ਗਈ। ਕੱਲ ਦੀ ਟੁੱਟੀ ਹੋਈ ਗੱਲਬਾਤ ਕਦੋਂ ਮੁੜ ਸ਼ੁਰੂ ਹੋਏਗੀ ਰੱਬ ਜਾਣਦਾ ਹੈ, ਪ੍ਰਮਾਤਮਾ ਜਾਣਦਾ ਹੈ। ਪਰ ਇਹ ਮੰਦਭਾਗਾ ਰਿਹਾ ਕਿ ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਟੁੱਟੀ। ਉਸ ਤੋਂ ਬਾਅਦ ਸਰਕਾਰ ਨੇ ਵੀ ਬਿਆਨ ਜਾਰੀ ਕੀਤਾ। ਸਰਕਾਰ ਵੱਲੋਂ ਕਿਹਾ ਗਿਆ ਕਿ ਸਾਨੂੰ ਲੱਗਦਾ ਸੀ ਕਿ ਕਿਸਾਨ, ਸਰਕਾਰ ਬਾਰ-ਬਾਰ ਕਹਿ ਰਹੀ ਸੀ ਕਿ ਅਸੀਂ ਸੋਧਾਂ ਕਰੀਏ ਤੇ ਅਸੀਂ ਕਿਸਾਨਾਂ ਦਾ ਸਤਿਕਾਰ ਕਰਦੇ ਹੋਏ ਇਹ ਵੀ ਪ੍ਰਪੋਜ਼ਲ ਦਿੱਤਾ ਕਿ ਅਸੀਂ 1.5 ਸਾਲ ਲਈ ਮੁਲਤਵੀ ਕਰਨ ਨੂੰ ਤਿਆਰ ਹਾਂ। ਪਰ ਸਰਕਾਰ ਕਹਿੰਦੀ ਵੀ ਕਿਸਾਨ ਸਹਿਮਤ ਨਹੀਂ ਹੋ ਸਕੇ, ਕੁਝ ਕਿਸਾਨ ਸਹਿਮਤ ਹੈ ਕੁਝ ਨਹੀਂ। ਸੋ ਇਹ ਗੱਲਾਂ ਜਿਹੜੀਆਂ ਨੇ ਸਰਕਾਰ ਵੱਲੋਂ ਵੀ ਕਹੀਆਂ ਗਈਆਂ ਔਰ ਕਿਸਾਨਾਂ ਨੇ ਸਪਸ਼ਟ ਕਹਿਤਾ। ਕੱਲ ਦੀ ਮੀਟਿੰਗ ਤੋਂ ਬਾਅਦ ਵੀ ਲਗਾਤਾਰ ਕਿਸਾਨ ਚਰਚਾ ਕਰ ਰਹੇ ਨੇ। ਮੈਨੂੰ ਲੱਗਦਾ ਅੱਜ ਫੇਰ ਵੱਡੀ ਮੀਟਿੰਗ ਇਸ ਮਸਲੇ ਤੇ ਹੋਊਗੀ ਜੀ, ਔਰ ਅੱਜ ਹੋਊਗੀ ਦੁਬਾਰਾ 26 ਜਨਵਰੀ ਦੀ ਤਿਆਰੀ ਨੂੰ ਲੈ ਕੇ ਵੀ ਮੀਟਿੰਗ ਹੋਊਗੀ ਔਰ ਸਰਕਾਰ ਦੇ ਜਿਹੜਾ ਇਹ ਰੁਖ ਹੈ ਤਾਜ਼ਾ, ਉਹਦੇ ਉੱਪਰ ਵੀ ਮੀਟਿੰਗ ਹੋਊਗੀ। ਜੀ, ਡੱਲਾ ਜੀ, ਜੋ ਮੀਟਿੰਗ ਦੇ ਦੌਰਾਨ ਬ੍ਰੇਕ ਰਹੀ ਹੈ 3.5-4 ਘੰਟੇ ਦੇ ਕਰੀਬ ਦੀ ਬ੍ਰੇਕ, 15 ਮਿੰਟ ਗੱਲਬਾਤ ਹੁੰਦੀ ਆ, ਫਿਰ 4 ਘੰਟਿਆਂ ਦੀ ਬ੍ਰੇਕ। ਉਸ ਬ੍ਰੇਕ ਤੋਂ ਜਦੋਂ ਬ੍ਰੇਕ ਸੀ ਉਸੇ ਦਰਮਿਆਨ ਚਰਚਾਵਾਂ ਸੀ ਕਿ ਸਰਕਾਰ ਸ਼ਾਇਦ ਕਿਸੇ ਨਵੇਂ ਪ੍ਰਪੋਜ਼ਲ ਦੇ ਉੱਤੇ ਚਰਚਾ ਕਰ ਰਹੀ ਹੈ ਕਿ 2-3 ਮੰਗਾਂ ਨੂੰ ਮਿਲਾ ਕੇ ਸਰਕਾਰ ਇੱਕ ਨਵਾਂ ਪ੍ਰਪੋਜ਼ਲ ਪੇਸ਼ ਕਰ ਸਕਦੀ ਹੈ। ਪਰ ਜਦੋਂ ਮੰਤਰੀ ਵਾਪਸ ਆਉਂਦੇ ਨੇ ਤਾਂ ਵੱਖਰਾ ਰੁਖ ਵੇਖਣ ਨੂੰ ਮਿਲਦਾ ਹੈ ਤੇ ਸਿੱਧੇ ਤੌਰ ਦੇ ਉੱਤੇ ਸਪਸ਼ਟ ਕਹਿ ਦਿੱਤਾ ਜਾਂਦਾ ਹੈ ਕਿ ਇਸ ਤੋਂ ਵੱਧ ਅਸੀਂ ਕੁਝ ਨਹੀਂ ਦੇ ਸਕਦੇ। ਇਹ ਜਿਹੜਾ ਵਕਫਾ ਸੀ, ਫਿਰ ਜੇਕਰ ਇਹੀ ਗੱਲ ਕਹਿਣੀ ਸੀ ਤਾਂ ਇੰਨਾ ਲੰਬਾ ਵਕਫਾ ਕਿਉਂ ਪਾਇਆ ਗਿਆ? ਦੇਖੋ, ਮੈਨੂੰ ਇਹ ਲੱਗਦਾ ਕਿ ਨਰਿੰਦਰ ਤੋਮਰ, ਪਿਊਸ਼ ਗੋਇਲ, ਸੋਮ ਪ੍ਰਕਾਸ਼, ਇਹਨਾਂ ਨੇ ਹੋਮ ਮਿਨਿਸਟਰ ਨਾਲ ਗੱਲ ਕੀਤੀ ਹੋਣੀ, ਗ੍ਰਹਿ ਮੰਤਰੀ ਨਾਲ, ਹੋ ਸਕਦਾ ਪ੍ਰਧਾਨ ਮੰਤਰੀ ਸਾਹਿਬ ਨਾਲ ਗੱਲ ਹੋਈ ਹੋਵੇ। ਸਰਕਾਰ ਦਾ ਰੁਖ ਹੈ ਜਿਹੜਾ ਉਹਨਾਂ ਨੇ ਸਪਸ਼ਟ ਕਰਨਾ ਚਾਹਿਆ ਕਿ ਅਸੀਂ ਹੁਣ ਕਿਸਾਨਾਂ ਨੂੰ ਮੀਟਿੰਗ 'ਚ ਜਾ ਕੇ ਕੀ ਕਹਿਣਾ ਹੈ। ਕੋਈ ਅਗਲਾ, ਦੇਖੋ ਹੁਣ ਤੱਕ ਜਿੰਨੀਆਂ ਮੀਟਿੰਗਾਂ ਹੁੰਦੀਆਂ ਸੀ ਲਗਭਗ, ਉਹਨਾਂ ਦੇ ਵਿੱਚ ਅਗਲੀ ਗੱਲਬਾਤ ਲਈ ਮੀਟਿੰਗ ਦਾ ਸਮਾਂ ਤੈਅ ਹੋ ਜਾਂਦਾ ਸੀ। ਹੁਣ ਸਰਕਾਰ ਨੇ ਇਹ ਕਹਿ ਦਿੱਤਾ ਕਿ ਇਹ ਸਾਡੀ ਗੱਲਬਾਤ ਹੈ ਜਿਹੜੀ ਇਹ ਹੁਣ ਉਦੋਂ ਸ਼ੁਰੂ ਹੋਊਗੀ ਜਦੋਂ ਤੁਸੀਂ ਸਾਡੇ ਪ੍ਰਪੋਜ਼ਲ ਤੇ ਗੱਲਬਾਤ ਕਰਨ ਲਈ ਤਿਆਰ ਹੋਵੋਗੇ। ਮਤਲਬ ਕਿ ਸਰਕਾਰ ਨੇ ਆਪਣੇ ਵੱਲੋਂ ਕਹਿ ਦਿੱਤਾ ਕਿ ਇਹ ਵੱਧ ਤੋਂ ਵੱਧ ਸੀ ਜੋ ਅਸੀਂ ਦੇ ਸਕਦੇ ਹਾਂ। ਇਹਨੂੰ ਇਸੇ ਰੂਪ 'ਚ ਸਮਝਿਆ ਜਾਣਾ ਚਾਹੀਦਾ ਕਿ ਸਰਕਾਰ ਹੁਣ ਕਿਸਾਨਾਂ ਦੇ ਰੁਖ ਦਾ ਇੰਤਜ਼ਾਰ ਕਰੇਗੀ ਔਰ ਕਿਸਾਨਾਂ ਨੇ ਤਾਂ ਸਪਸ਼ਟ ਕਹਿਤਾ ਗਗਨ ਕਿ ਅਸੀਂ ਕਾਨੂੰਨ ਰੱਦ ਕੀਤੇ ਬਿਨਾਂ ਵਾਪਸ ਨਹੀਂ ਮੁੜਨਾ। ਹੁਣ 26 ਜਨਵਰੀ ਆ ਰਹੀ ਹੈ, ਅੱਜ 23 ਜਨਵਰੀ ਆ ਗਈ ਹੈ, ਅੱਜ 23 ਹੈ, ਕੱਲ 24 ਹੈ, ਪਰਸੋਂ 25 ਹੈ, ਐਤਵਾਰ ਹੈ, ਸੋਮਵਾਰ ਹੈ, ਮੰਗਲਵਾਰ ਨੂੰ 26 ਜਨਵਰੀ ਹੈ, ਗਣਤੰਤਰ ਦਿਵਸ ਹੈ। ਸੋ ਹੁਣ ਸਰਕਾਰ ਵੀ 2-3 ਦਿਨ 26 ਜਨਵਰੀ ਦੀਆਂ ਤਿਆਰੀਆਂ 'ਚ ਰੁੱਝੇਗੀ, ਕਿਸਾਨ ਵੀ ਟਰੈਕਟਰ ਪਰੇਡ ਦੀ ਤਿਆਰੀ 'ਚ ਰੁੱਝਣਗੇ ਔਰ ਪੁਲਿਸ ਸੁਰੱਖਿਆ ਦੇ ਇੰਤਜ਼ਾਮਾਂ 'ਚ ਰੁੱਝੇਗੀ। ਇਹ ਵੀ ਹੋ ਸਕਦਾ ਹੈ ਅੱਜ ਫੇਰ ਵੱਖ-ਵੱਖ ਜਿਹੜੇ ਪੁਲਿਸ ਦੇ ਅਫਸਰ ਨੇ, ਯੂਪੀ ਦੇ, ਦਿੱਲੀ ਦੇ, ਬਿਹਾਰ ਦੇ, ਹਰਿਆਣੇ ਦੇ, ਉਹ ਸਾਰੇ ਅੱਜ ਫੇਰ ਵੱਖ-ਵੱਖ ਥਾਈਂ ਕਿਸਾਨਾਂ ਦੇ ਨਾਲ ਗੱਲਬਾਤ ਕਰਨ। ਇਹ ਵੀ ਗਗਨ ਜਿਹੜੀ ਸੰਭਾਵਨਾ ਹੈ, ਆਪਾਂ ਇਹਦੇ ਤੋਂ ਇਨਕਾਰ ਨਹੀਂ ਕਰ ਸਕਦੇ। ਪਰ 26 ਜਨਵਰੀ ਨੂੰ ਲੈ ਕੇ ਰੱਬ ਸੁੱਖ ਰੱਖੇ ਕਿਸੇ ਤਰ੍ਹਾਂ ਦਾ ਆਪਸ 'ਚ ਤਕਰਾਰ ਨਾ ਹੋਵੇ, ਪੁਲਿਸ ਔਰ ਕਿਸਾਨਾਂ ਦੇ ਵਿਚਾਲੇ ਜੀ, ਮਤਭੇਦ ਨਾ ਹੋਵੇ ਕਿਸੇ ਤਰ੍ਹਾਂ ਦਾ ਵੀ, ਇਹ ਆਸ ਕਰਦੇ ਹਾਂ। ਔਰ ਕਿਸਾਨਾਂ ਨੇ ਵੀ ਕਿਹਾ ਕਿ ਅਸੀਂ ਹਰ ਹਾਲਤ 'ਚ 26 ਜਨਵਰੀ ਦੀ ਪਰੇਡ ਕੱਢਣੀ ਹੈ। ਦਿੱਲੀ ਪੁਲਿਸ ਨੇ ਮਨਜ਼ੂਰੀ ਦੇਣ ਤੋਂ ਇਨਕਾਰ ਕੀਤਾ ਹੋਇਆ। ਹੁਣ ਹੋ ਸਕਦਾ ਕੋਈ ਦਿੱਲੀ ਪੁਲਿਸ ਕੋਈ ਵਿੱਚ ਦਾ ਰਾਹ ਕੱਢੇ, ਹੋ ਸਕਦਾ ਦਿੱਲੀ ਪੁਲਿਸ ਕੋਈ ਮਨਜ਼ੂਰੀ ਦੇ ਦੇ, ਕੋਈ ਸ਼ਰਤਾਂ ਨਾਲ ਮਨਜ਼ੂਰੀ ਦੇ ਦੇ। ਹੁਣ ਇਹ ਗੱਲਾਂ ਅੱਜ ਵੀ ਵੱਖ-ਵੱਖ ਸਮੇਂ ਤੇ ਮੀਟਿੰਗਾਂ ਹੋਣਗੀਆਂ ਗਗਨ, ਕਿਸਾਨਾਂ 'ਚ ਔਰ ਪੁਲਿਸ ਦੀਆਂ ਆਪਸ 'ਚ ਅੱਜ ਮੀਟਿੰਗਾਂ ਹੋਣਗੀਆਂ ਸਾਰਾ ਦਿਨ ਜੀ। ਸੋ ਇਹਨਾਂ ਮੀਟਿੰਗਾਂ ਤੋਂ ਬਾਅਦ ਹੀ ਅਗਲਾ ਰੁਖ ਹੈ ਜਿਹੜਾ ਉਹ ਸਾਨੂੰ ਪਤਾ ਲੱਗੇਗਾ। ਪਰ ਮੈਂ ਇਹ ਜ਼ਰੂਰ ਕਹੂੰਗਾ ਪੂਰੇ ਪੰਜਾਬ 'ਚ ਗਗਨ, ਤੁਸੀਂ ਤਸਵੀਰਾਂ ਵੀ ਦਿਖਾ ਦਿਓ,
ਪੂਰੇ ਪੰਜਾਬ 'ਚ ਟਰੈਕਟਰ ਰੈਲੀ ਦੀਆਂ ਤਿਆਰੀਆਂ ਹੋ ਰਹੀਆਂ ਨੇ। ਪੂਰੇ ਦੇਸ਼ 'ਚ ਵੱਖ-ਵੱਖ ਥਾਵਾਂ ਤੇ ਟਰੈਕਟਰ ਰੈਲੀ ਦੀਆਂ ਤਿਆਰੀਆਂ ਹੋ ਰਹੀਆਂ ਨੇ। ਤਸਵੀਰਾਂ ਵੀ ਤੁਸੀਂ ਨਾਲ ਨੇ। ਲਗਾਤਾਰ ਜਿਹੜੇ ਕਿਸਾਨ ਨੇ ਸਾਡੇ, ਉਹ ਵੱਖ-ਵੱਖ ਜ਼ਿਲ੍ਹਿਆਂ 'ਚ, ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ, ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ 'ਚ, ਤਾਮਿਲਨਾਡੂ, ਕੇਰਲਾ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਵੱਖ-ਵੱਖ ਥਾਵਾਂ ਤੋਂ ਜਿਹੜੇ ਕਿਸਾਨ ਨੇ ਉਹ ਟਰੈਕਟਰ ਰੈਲੀ ਦੀਆਂ ਤਿਆਰੀਆਂ ਕਰ ਰਹੇ ਨੇ। ਔਰ ਪੰਜਾਬ ਤੇ ਹਰਿਆਣਾ 'ਚੋਂ ਤਾਂ ਵੱਡੀ ਗਿਣਤੀ ਜਿਹੜੇ ਟਰੈਕਟਰ ਨੇ ਗਗਨ, ਉਹ ਤਿਆਰੀ ਕਰੀ ਜਾ ਰਹੇ ਨੇ 26 ਜਨਵਰੀ ਦੀ ਪਰੇਡ ਕਰਨ ਦੇ ਲਈ, ਜਾਣ ਦੇ ਲਈ, ਕਿਸਾਨ ਪਰੇਡ ਜਿਹੜੀ ਗਣਤੰਤਰ ਪਰੇਡ ਕਰਨੀ ਹੈ। ਬਿਲਕੁਲ। ਹੁਣ ਇੰਨੀ ਵੱਡੀ ਗਿਣਤੀ 'ਚ ਜਦੋਂ ਟਰੈਕਟਰ ਜਾਣਗੇ ਤੇ ਨਿਸ਼ਚਿਤ ਤੌਰ ਤੇ ਹਰਿਆਣਾ ਦੀ ਪੁਲਿਸ ਨੂੰ ਵੀ ਸਹਿਯੋਗ ਕਰਨਾ ਪਊਗਾ, ਪੰਜਾਬ ਵਾਲਿਆਂ ਨੂੰ ਵੀ, ਦਿੱਲੀ ਵਾਲਿਆਂ ਨੂੰ ਵੀ, ਤਾਂ ਹੀ ਅਮਨੋ ਅਮਾਨ ਅਤੇ ਸ਼ਾਂਤੀ ਦੇ ਨਾਲ ਇਹ ਜਿਹੜੀ ਟਰੈਕਟਰ ਰੈਲੀ ਹੈ ਇਹ ਸੰਪੂਰਨ ਹੋ ਸਕੇਗੀ। ਪਰ ਹੁਣ ਅੱਜ ਜਿਹੜੀਆਂ ਮੀਟਿੰਗਾਂ ਹੋਣਗੀਆਂ ਗਗਨ ਟਰੈਕਟਰ ਰੈਲੀ ਨੂੰ ਲੈ ਕੇ, ਮੈਨੂੰ ਲੱਗਦਾ ਹੈ ਉਹਨਾਂ ਦੇ ਵਿੱਚੋਂ ਫਿਰ ਅਸਲ ਸਥਿਤੀ ਹੈ ਜਿਹੜੀ ਉਹ ਸਾਹਮਣੇ ਆਏਗੀ। ਜੀ ਤੇ ਡੱਲਾ ਜੀ, ਜਿਸ ਤਰ੍ਹਾਂ ਹੁਣ ਟਰੈਕਟਰ ਰੈਲੀ 26 ਜਨਵਰੀ ਦੀ ਆ, ਕੀ ਲੱਗਦਾ ਕਿ ਜੇਕਰ 26 ਜਨਵਰੀ ਦੀ ਟਰੈਕਟਰ ਰੈਲੀ ਜਿਸ ਤਰ੍ਹਾਂ ਕਿਸਾਨ ਕਹਿ ਰਹੇ ਨੇ ਉਸੇ ਤਰ੍ਹਾਂ ਦਾ ਪ੍ਰਭਾਵ ਜੇ ਟਰੈਕਟਰ ਰੈਲੀ ਛੱਡ ਕੇ ਜਾਂਦੀ ਹੈ, ਕਿ ਅਗਲੀ ਮੀਟਿੰਗ ਦਾ ਪ੍ਰਭਾਵ ਜਿਹੜਾ ਇਹ 26 ਜਨਵਰੀ ਦਾ ਪ੍ਰਭਾਵ ਅਗਲੀ ਮੀਟਿੰਗ ਦੇ ਸੱਦੇ ਦੇ ਲਈ ਬਣ ਸਕਦਾ ਕਿ ਸਰਕਾਰ ਦੋ ਚੀਜ਼ਾਂ ਨੇ ਗਗਨ। ਇੱਕ ਤਾਂ ਗਣਤੰਤਰ ਦਿਵਸ ਹੈ, ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਸੀ, ਉਹਨਾਂ ਨੂੰ ਲੱਗਿਆ ਕਿ ਸਾਨੂੰ ਵੀ ਗਣਤੰਤਰ ਦਿਹਾੜਾ ਮਨਾਉਣਾ ਚਾਹੀਦਾ ਜੀ। ਔਰ ਉਹ ਪਹਿਲੀ ਵਾਰੀ ਉਹਨਾਂ ਦੇ ਮੁਤਾਬਕ ਉਹ ਲੰਮੇ ਸਮੇਂ ਬਾਅਦ ਦਿੱਲੀ 'ਚ ਉਦੋਂ ਇਕੱਠੇ ਹੋਏ ਨੇ ਜਦੋਂ ਗਣਤੰਤਰ ਦਿਹਾੜਾ ਆ ਰਿਹਾ। ਇਸ ਕਰਕੇ ਉਹਨਾਂ ਨੇ ਐਲਾਨ ਕਰਤਾ, ਪਹਿਲਾਂ ਵੀ ਉਹਨਾਂ ਨੇ ਇੱਕ ਟਰੈਕਟਰ ਰੈਲੀ ਕੱਢੀ ਸੀ, ਉਹਦੇ 'ਚ ਉਹਨਾਂ ਨੂੰ ਭਰਮਾ ਹੁੰਗਾਰਾ ਮਿਲਿਆ। ਉਹ ਕਹਿ ਰਹੇ ਸੀਗੇ ਕਿ ਇਹ ਟ੍ਰੇਲਰ ਹੈ ਟਰੈਕਟਰ ਰੈਲੀ ਦਾ, ਉਹ ਟ੍ਰੇਲਰ ਉਹ ਦਿਖਾ ਚੁੱਕੇ ਨੇ, ਭਰਮਾ ਹੁੰਗਾਰਾ ਸੀ ਟ੍ਰੇਲਰ ਦਾ ਜੀ। ਇਸੇ ਕਰਕੇ ਦਿੱਲੀ ਦੀ ਪੁਲਿਸ ਔਰ ਸਰਕਾਰ ਚਿੰਤਿਤ ਹੈ ਕਿ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ। ਦੇਖੋ, ਚਿੰਤਾਵਾਂ ਤਾਂ ਪੁਲਿਸ ਤੇ ਸਰਕਾਰ ਦੀਆਂ ਵੀ ਨੇ ਨਾ, ਕਿਉਂਕਿ ਉਹ ਇੱਕ ਮੁਲਕ ਦਾ ਵੀ ਬਹੁਤ ਵੱਡਾ ਸਮਾਗਮ ਹੈ ਦਿੱਲੀ 'ਚ। ਪਰ ਉਹਨਾਂ ਨੂੰ ਇਹਨਾਂ ਚਿੰਤਾਵਾਂ ਦੇ ਨਾਲ ਚੰਗੇ ਤਰੀਕੇ ਨਾਲ ਨਜਿੱਠਣਾ ਚਾਹੀਦਾ ਹੈ। ਕਿਵੇਂ? ਵਾਧੂ ਪੁਲਿਸ ਫੋਰਸ ਤੈਨਾਤ ਕਰਨ, ਸੁਰੱਖਿਆ ਤੈਨਾਤ ਕਰਨ, ਕਿਸਾਨਾਂ ਦੇ ਨਾਲ ਮਿਲ ਕੇ ਉਹਨਾਂ ਦੇ ਪ੍ਰਬੰਧ ਦਾ ਪੁਲਿਸ ਹਿੱਸਾ ਬਣੇ, ਉਹਨਾਂ ਨੂੰ ਸੁਰੱਖਿਆ ਦੇਵੇ, ਉਹਨਾਂ ਨਾਲ ਮਿਲ ਕੇ ਹਰ ਸਮੱਸਿਆ ਦਾ ਹੱਲ ਕੱਢੇ। ਪਰ ਦਿੱਲੀ ਪੁਲਿਸ ਇਸ ਸਮੱਸਿਆ ਦਾ ਹੱਲ ਕੱਢਣ ਲਈ ਲੇਟ ਹੋ ਗਈ। ਕਿਸਾਨਾਂ ਨੇ ਤਾਂ ਲਗਭਗ 3 ਹਫ਼ਤਿਆਂ ਤੋਂ ਕਹਿ ਰੱਖਿਆ। ਆ ਮੀਟਿੰਗਾਂ ਪੁਲਿਸ ਵਾਲਿਆਂ ਦੀਆਂ ਕਿਸਾਨਾਂ ਦੇ ਨਾਲ ਹਫ਼ਤੇ ਤੋਂ ਹੀ ਸ਼ੁਰੂ ਹੋਈਆਂ ਜੀ। ਜਦੋਂ ਸੁਪਰੀਮ ਕੋਰਟ ਨੇ ਕਿਹਾ ਵੀ ਤੁਸੀਂ ਆਪ ਫੈਸਲਾ ਕਰੋ, ਉਸ ਤੋਂ ਪਹਿਲਾਂ ਜਿਹੜੇ 2 ਹਫ਼ਤੇ ਨਿਕਲ ਗਏ ਦਿੱਲੀ ਪੁਲਿਸ ਨੂੰ, ਉਦੋਂ ਤੋਂ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕਰਕੇ ਇੱਕ ਰੂਟ ਬਣਾ ਲੈਣਾ ਚਾਹੀਦਾ ਸੀ। ਕਿਸਾਨਾਂ ਨੇ ਤਾਂ ਉਸੇ ਵੇਲੇ ਐਲਾਨ ਕਰਤਾ ਸੀ ਕਿ ਅਸੀਂ ਆਊਟਰ ਰਿੰਗ ਰੋਡ ਹੈ, ਜਿਹੜੀ ਰਿੰਗ ਰੋਡ ਹੈ, ਉਹਦੇ ਤੇ ਆਪਣੀ ਟਰੈਕਟਰ ਰੈਲੀ ਕੱਢਾਂਗੇ। ਔਰ ਜਦੋਂ ਪੂਰੇ ਮੁਲਕ 'ਚੋਂ ਕਿਸਾਨ ਆਉਣਗੇ ਟਰੈਕਟਰ ਲੈ ਕੇ, ਤੇ ਫਿਰ ਐਡੀ ਵੱਡੀ ਰੈਲੀ ਨੂੰ ਸੁਰੱਖਿਆ ਦੇਣੀ ਵੀ ਬੜੀ ਜ਼ਰੂਰੀ ਹੈ। ਔਰ ਕਿਸਾਨਾਂ ਨੇ ਕੀ ਕਰਨਾ ਹੈ? ਕਿਸਾਨਾਂ ਨੇ ਵਲੰਟੀਅਰਸ ਦੀਆਂ ਡਿਊਟੀਆਂ ਲਾਈਆਂ ਨੇ। ਬਹੁਤ ਸਾਰੇ ਵਲੰਟੀਅਰਸ ਨੇ ਜਿਹੜੇ ਉਹ ਵਰਦੀਸ਼ੁਦਾ ਹੋਣਗੇ ਤਾਂ ਕਿ ਪਛਾਣ ਹੋ ਸਕੇ ਕਿ ਵਿਅਕਤੀ ਸਾਡੇ ਵਲੰਟੀਅਰਸ ਨੇ। ਔਰ ਕਿਸਾਨਾਂ ਨੇ ਆਪਣੇ ਵੱਲੋਂ ਪੂਰੇ ਇੰਤਜ਼ਾਮ ਕੀਤੇ ਨੇ ਕਿ ਕੋਈ ਹਿੰਸਕ ਘਟਨਾ ਨਾ ਹੋਵੇ, ਕੋਈ ਤਕਰਾਰ ਨਾ ਹੋਵੇ, ਕੋਈ ਬਾਹਰੀ ਤੱਤ ਇਸ ਟਰੈਕਟਰ ਰੈਲੀ ਨੂੰ ਆ ਕੇ ਤਾਰ ਪੀੜੋ ਨਾ ਕਰ ਜੇ। ਕਿਸਾਨਾਂ ਦੀ, ਪੰਜਾਬ ਦੀ, ਹਰਿਆਣੇ ਦੀ, ਉੱਤਰ ਪ੍ਰਦੇਸ਼ ਦੇ ਅੰਦੋਲਨਕਾਰੀ ਕਿਸਾਨਾਂ ਦੀ ਇਮੇਜ ਨਾ ਕੋਈ ਖਰਾਬ ਕਰ ਜੇ, ਉਹਨਾਂ ਦੀ ਬਦਨਾਮੀ ਨਾ ਕੋਈ ਕਰਾ ਦੇ। ਇਹ ਸਾਰੇ ਇੰਤਜ਼ਾਮ ਕਿਸਾਨਾਂ ਵੱਲੋਂ ਵੀ ਕੀਤੇ ਜਾ ਰਹੇ ਨੇ ਲਗਾਤਾਰ। ਇਸੇ ਕਰਕੇ ਤਾਂ ਜਿਹੜੀ ਇਹ ਟਰੈਕਟਰ ਰੈਲੀ ਹੋ ਰਹੀ ਹੈ, ਇਹ ਹਰ ਟਰੈਕਟਰ ਰੈਲੀ ਹਰ ਜ਼ਿਲ੍ਹੇ 'ਚ ਇੰਚਾਰਜ ਲਾਏ ਗਏ ਨੇ, ਪ੍ਰਬੰਧਕ ਨਾਲ ਲਾਏ ਗਏ ਨੇ, ਡਿਊਟੀਆਂ ਲਾਈਆਂ ਗਈਆਂ ਨੇ, ਇਹ ਤਾਂ ਕਿਤੇ ਟਰੈਕਟਰ ਰੈਲੀ ਅੰਜਾਮ ਨੂੰ ਦਿੱਤੀ ਜਾਣੀ ਹੈ। ਔਰ ਗਗਨ, ਇਕੱਲੇ ਪੰਜਾਬ ਦੀ ਨਹੀਂ, ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਜਿਹੜੇ ਕਿਸਾਨ ਨੇ ਉਹ ਆਪਣੇ ਹੈੱਡਕੁਆਟਰਾਂ ਤੇ ਰਾਜਧਾਨੀਆਂ 'ਚ ਵੀ ਉਸ ਦਿਨ ਗਣਤੰਤਰ ਦਿਵਸ ਦੇ ਮੌਕੇ ਟਰੈਕਟਰ ਚਲਾਉਣਗੇ। ਔਰ ਮੈਨੂੰ ਪਤਾ ਲੱਗਿਆ ਕਈ ਕਿਸਾਨਾਂ ਨੇ ਤਾਂ ਟਰੈਕਟਰ ਨੂੰ ਹੀ ਤਿਰੰਗੇ ਝੰਡੇ ਦੇ ਰੰਗ 'ਚ ਰੰਗ ਲਿਆ। ਦੇਖੋ ਕਿੱਡੀ ਇਹ ਗੱਲ ਤਾਂ ਚੰਗੀ ਹੈ ਜੀ ਕਿ ਸਾਡਾ ਐਡਾ ਮਾਣ ਮੱਤਾ ਤਿਰੰਗਾ ਔਰ ਟਰੈਕਟਰ ਦੀ ਵੀ ਸਾਡੀ ਓਡੀ ਮਹਾਨਤਾ ਹੈ। ਬਿਲਕੁਲ, ਸਾਡੇ ਮੁਲਕ 'ਚ ਟਰੈਕਟਰ ਦੀ ਵੀ, ਖੇਤੀਬਾੜੀ ਦਾ ਇਹ ਵੀ ਇੱਕ ਸਿੰਬਲ ਹੈ ਬਲਦਾਂ ਦੇ ਜੋੜੇ ਦੇ ਨਾਲ। ਸੋ ਜਿਹੜੇ ਟਰੈਕਟਰਾਂ ਤੇ ਝੰਡੇ ਲੱਗਣੇ ਨੇ ਉਹ ਵੀ ਤਿਰੰਗੇ ਝੰਡੇ ਲੱਗਣੇ ਨੇ। ਉਹਦੇ ਲਈ ਸਪੈਸ਼ਲ ਢਾਂਚੇ ਤਿਆਰ ਕੀਤੇ ਨੇ ਟਰੈਕਟਰਾਂ ਦੇ ਉੱਤੇ ਤਾਂ ਕਿ ਝੰਡੇ ਵਾਲਾ ਡੰਡਾ ਬਿਲਕੁਲ ਹਿੱਲੇ ਨਾ ਔਰ ਝੰਡਾ ਸਥਿਰ ਰਵੇ ਔਰ ਲਹਿਰਾਉਂਦਾ ਰਵੇ। ਫਿਰ ਕਿਸਾਨੀ ਦਾ ਝੰਡਾ ਵੀ ਉਹਦੇ ਤੇ ਲੱਗਣਾ। ਸੋ ਕਿਸਾਨਾਂ ਨੇ ਵੀ ਬੜੇ ਇੰਤਜ਼ਾਮ ਕੀਤੇ ਨੇ। ਬਿਲਕੁਲ। ਸੋ ਪੂਰੇ ਮੁਲਕ ਦੇ ਵਿੱਚੋਂ ਵੱਖੋ ਵੱਖਰੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਇਸ ਟਰੈਕਟਰ ਰੈਲੀ ਨੂੰ ਲੈ ਕੇ। ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚੋਂ ਟਰੈਕਟਰ ਰਵਾਨਾ ਹੋ ਚੁੱਕੇ ਨੇ। ਰੂਪਨਗਰ ਦੀਆਂ ਤਸਵੀਰਾਂ ਵੀ ਤੁਹਾਨੂੰ ਖਬਰਾਂ ਦੇ ਬੁਲੇਟਿਨ ਦੇ ਵਿੱਚ ਵੇਖ ਚੁੱਕੇ ਹੋ ਤੁਸੀਂ। ਅੰਮ੍ਰਿਤਸਰ ਦੀਆਂ ਹੋਣ ਵੱਖ-ਵੱਖ ਜਗ੍ਹਾ ਤੋਂ ਜਿਹੜੇ ਟਰੈਕਟਰ ਨੇ ਵੱਡੀ ਗਿਣਤੀ, ਸੈਂਕੜਿਆਂ ਦੀ ਗਿਣਤੀ 'ਚ ਰਵਾਨਾ ਹੋ ਚੁੱਕੇ ਨੇ, ਜਿਨ੍ਹਾਂ ਦਾ ਕਿ 23 ਤਰੀਕ ਦਾ ਸਮਾਂ ਸੀ, ਉਹ 24 ਤਰੀਕ ਤੱਕ ਉੱਥੇ ਪਹੁੰਚ ਜਾਣਗੇ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੀਆਂ ਵੀ ਤਸਵੀਰਾਂ ਲਗਾਤਾਰ ਅਸੀਂ ਵਿਖਾਈਆਂ ਨੇ ਬੁਲੇਟਿਨਾਂ ਦੇ ਵਿੱਚ, ਜਦੋਂ ਤੋਂ ਇਸ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਨੇ।
ਸੋ ਇਸ ਕਰਕੇ ਇਹ ਹੈ ਕਿ ਕਿਸਾਨੀ ਅੰਦੋਲਨ ਨੂੰ ਲੈ ਕੇ ਜੋ ਟਰੈਕਟਰ ਰੈਲੀਆਂ ਨੂੰ ਵੱਡਾ ਰੂਪ ਦਿਖਾਉਣ ਦੀ ਤਿਆਰੀ ਦੇ ਵਿੱਚ ਕਿਸਾਨ ਨੇ, ਕਿਤੇ ਨਾ ਕਿਤੇ ਉਸ ਨੂੰ ਭਰਮਾ ਹੁੰਗਾਰਾ ਸਾਰੇ ਪਾਸਿਓਂ ਮਿਲ ਰਿਹਾ। ਤੇ ਡੱਲਾ ਜੀ, ਉਧਰ ਜੇ ਅੱਗੇ ਹੁਣ ਸਿਆਸਤ ਦੇ ਵੱਲ ਨੂੰ ਵਧੀਏ ਤਾਂ ਕਹਿੰਦੇ ਕਿ ਆਖਰਕਾਰ ਜਿਹੜੀ ਕਾਂਗਰਸ ਪਾਰਟੀ ਉਹਨੂੰ ਉਹਦਾ ਪ੍ਰਧਾਨ ਜੂਨ ਤੱਕ ਮਿਲ ਜਾਏਗਾ। ਕੀ ਲੱਗਦਾ ਕਿ 2022 ਤੋਂ ਪਹਿਲਾਂ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੂੰ ਪ੍ਰਧਾਨ ਮਿਲ ਜੂ? ਦੇਖੋ, ਹੁਣ ਮਈ ਦੇ ਵਿੱਚ ਕਹਿੰਦੇ ਚੋਣਾਂ ਹੋਣਗੀਆਂ, ਮਈ 'ਚ ਹੋ ਸਕਦੀਆਂ ਨੇ, ਜੂਨ 'ਚ ਹੋ ਸਕਦੀਆਂ ਨੇ ਚੋਣਾਂ ਕਾਂਗਰਸ ਵੱਲੋਂ, ਔਰ ਤਦ ਤੱਕ ਸੋਨੀਆ ਗਾਂਧੀ ਕਾਰਜਕਾਰੀ ਪ੍ਰਧਾਨ ਰਹਿਣਗੇ। ਦੇਖੋ, ਇਹ ਜਿਹੜਾ ਵਰ੍ਹਾ ਹੈ ਨਾ ਗਗਨ, ਇਹ ਚੋਣਾਂ ਦਾ ਹੈ। ਕੇਰਲ 'ਚ, ਤਮਿਲਨਾਡੂ 'ਚ, ਪੱਛਮੀ ਬੰਗਾਲ 'ਚ, ਕਈ ਸੂਬਿਆਂ ਦੇ ਵਿੱਚ ਵੋਟਾਂ ਨੇ, 5 ਸੂਬਿਆਂ 'ਚ, ਔਰ ਕਾਂਗਰਸ ਨੂੰ ਇਹ ਲੱਗਦਾ ਹੈ ਕਿ ਇਹ ਚੋਣਾਂ ਦਾ ਵਰ੍ਹਾ, ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਕਾਂਗਰਸ ਇਸ ਗੱਲ ਦਾ ਇੰਤਜ਼ਾਰ ਕਰੂਗੀ ਕਿ ਨਵਾਂ ਪ੍ਰਧਾਨ ਜਿਹੜਾ ਚੁਣਿਆ ਜਾਵੇ ਉਹਦੇ ਤੇ ਸਿੱਧੇ ਰੂਪ 'ਚ ਇਹਨਾਂ ਚੋਣਾਂ ਦੀ ਕੋਈ ਜ਼ਿੰਮੇਵਾਰੀ ਨਾ ਜਾਵੇ। ਸੋ ਇਸ ਕਰਕੇ ਇਸ ਤਰੀਕੇ ਦਾ ਪ੍ਰਬੰਧ ਕਾਂਗਰਸ ਵੱਲੋਂ ਕੀਤਾ ਜਾਣਾ ਹੈ। ਦੇਖੋ, ਇੱਕ ਗੱਲ ਤਾਂ ਤੈਅ ਹੈ ਕਿ ਰਾਹੁਲ ਗਾਂਧੀ ਨੂੰ ਪ੍ਰਧਾਨਗੀ ਦੇ ਤੌਰ ਤੇ ਖੜਾ ਕੀਤਾ ਜਾਊਗਾ, ਕਿਉਂਕਿ ਨਵਾਂ ਚਿਹਰਾ ਤਾਂ ਕੋਈ ਮੈਨੂੰ ਨਹੀਂ ਲੱਗਦਾ ਕਿ ਰਾਹੁਲ ਗਾਂਧੀ ਦੇ ਖਿਲਾਫ ਕਾਗਜ਼ ਭਰੂਗਾ। ਸੋ ਹੁਣ ਰਾਹੁਲ ਗਾਂਧੀ ਨੂੰ ਮੈਂ ਕਹਿ ਸਕਦਾ ਕਿ ਜੂਨ ਦੇ ਵਿੱਚ ਰਾਹੁਲ ਗਾਂਧੀ ਨੂੰ ਇੱਕ ਤਰੀਕੇ ਨਾਲ ਜਿਹੜਾ ਪ੍ਰਧਾਨਗੀ ਦਾ ਅਹੁਦਾ ਚੋਣਾਂ ਜਿੱਤਣ ਤੋਂ ਬਾਅਦ ਦੁਬਾਰਾ ਮਿਲ ਜੂ। ਦੇਖੋ, ਜਦੋਂ ਨਰਿੰਦਰ ਮੋਦੀ ਜਿੱਤੇ 2017 ਚ ਪ੍ਰਧਾਨ ਮੰਤਰੀ ਬਣੇ, ਉਸ ਵੇਲੇ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਕਾਂਗਰਸ ਦੀ ਪ੍ਰਧਾਨਗੀ ਗਾਂਧੀ ਪਰਿਵਾਰ ਤੋਂ ਬਾਹਰ ਜਾਣੀ ਚਾਹੀਦੀ ਹੈ। ਸਿਰਫ ਗਾਂਧੀ ਪਰਿਵਾਰ ਤੇ ਕਾਂਗਰਸ ਨੂੰ ਚਲਾਉਣ ਦੀ ਜ਼ਿੰਮੇਵਾਰੀ ਨਹੀਂ ਹੋਣੀ ਚਾਹੀਦੀ। ਰਾਹੁਲ ਗਾਂਧੀ ਨੇ ਅਸਤੀਫਾ ਦਿੱਤਾ, ਪਰ ਦੂਜੇ ਵੱਡੇ ਵੱਡੇ ਕਾਂਗਰਸੀਆਂ ਤੋਂ ਵੀ ਕਾਂਗਰਸ ਸਾਂਭੀ ਨਹੀਂ ਗਈ। ਜਦੋਂ ਰਾਹੁਲ ਗਾਂਧੀ ਨੇ ਅਸਤੀਫਾ ਦਿੱਤਾ ਤੇ ਦੂਸਰੇ ਕਾਂਗਰਸੀ ਮਿਲ ਕੇ ਇੱਕ ਪ੍ਰਧਾਨ ਨਹੀਂ ਲੱਭ ਸਕੇ ਜਿਹੜਾ ਕਾਂਗਰਸ ਦੀ ਅਗਵਾਈ ਕਰ ਸਕੇ। ਬੜੇ ਕਾਂਗਰਸ 'ਚ ਮਤਭੇਦ ਆ ਗਏ ਇਸ ਗੱਲ ਤੋਂ। ਆਖਿਰਕਾਰ ਸੋਨੀਆ ਗਾਂਧੀ ਨੂੰ ਮਨਾਉਣਾ ਪਿਆ ਕਿ ਤੁਸੀਂ ਕਾਰਜਕਾਰੀ ਪ੍ਰਧਾਨ ਬਣੋ। 2019 ਦੀਆਂ ਚੋਣਾਂ, ਮਾਫ ਕਰਨਾ, 2017 ਕਹਿ ਗਿਆ ਸੀ ਮੈਂ, 2019 ਦੀਆਂ ਚੋਣਾਂ, 2019 ਤੋਂ ਬਾਅਦ 2019 ਦਾ ਵਰ੍ਹਾ ਨਿਕਲ ਗਿਆ, ਅੱਧਾ 20 ਦਾ ਪੂਰਾ ਨਿਕਲ ਗਿਆ, 21 ਅਸੀਂ 23 ਜਨਵਰੀ 'ਚ ਆ ਗਏ। ਹਾਂਜੀ, ਉਦੋਂ ਦੇ ਸੋਨੀਆ ਗਾਂਧੀ ਕਾਰਜਕਾਰੀ ਪ੍ਰਧਾਨ ਚਲੇ ਆ ਰਹੇ ਨੇ, ਔਰ ਜੂਨ ਤੱਕ ਇਹਨਾਂ ਨੇ ਫਿਰ ਕਾਰਜਕਾਰੀ ਪ੍ਰਧਾਨ ਰਹਿਣਾ। ਲਗਭਗ 2 ਸਾਲ ਰਾਹੁਲ ਗਾਂਧੀ ਪ੍ਰਧਾਨਗੀ ਤੇ ਨਹੀਂ ਰਹੇ ਤੇ 2 ਸਾਲਾਂ 'ਚ ਕਾਂਗਰਸ ਨੂੰ ਕੋਈ ਪ੍ਰਧਾਨ ਹੀ ਨਹੀਂ ਲੱਭਿਆ ਗਾਂਧੀ ਪਰਿਵਾਰ ਤੋਂ ਬਿਨਾਂ। ਨਿਰਭਰਤਾ ਜਿਹੜੇ ਕਾਂਗਰਸ ਦੇ ਲੀਡਰਾਂ ਦੀ ਆ, ਉਹ ਸਿਰਫ ਗਾਂਧੀ ਪਰਿਵਾਰ ਤੇ ਰਹਿ ਗਈ। ਇਹ ਕਿਸੇ ਵੀ ਪਾਰਟੀ 'ਚ ਵੈਸੇ ਹੋਣਾ ਨਹੀਂ ਚਾਹੀਦਾ। ਹੁਣ ਬੀਜੇਪੀ ਦੇਖ ਲਓ, ਬੀਜੇਪੀ ਦੇ ਵਿੱਚ ਜਿਹੜਾ ਪ੍ਰਧਾਨ ਬਣਦਾ ਉਹ ਫਿੱਟ ਹੋ ਜਾਂਦਾ। ਆ ਹੁਣ ਜੇਪੀ ਨੱਡਾ ਹੈ, ਉਹ ਵੀ ਬੀਜੇਪੀ ਲਈ ਫਿੱਟ ਹੈ। ਪਹਿਲਾਂ ਰਾਜਨਾਥ ਸਿੰਘ ਸੀ, ਅਮਿਤ ਸ਼ਾਹ ਸੀ, ਲਾਲ ਕ੍ਰਿਸ਼ਨ ਅਡਵਾਨੀ ਰਹੇ, ਅਟਲ ਬਿਹਾਰੀ ਵਾਜਪੇਈ ਰਹੇ, ਕਿੰਨੇ ਪ੍ਰਧਾਨ ਬੀਜੇਪੀ 'ਚ ਆਏ, ਵੈਂਕਈਆ ਨਾਇਡੂ ਪ੍ਰਧਾਨ ਰਹੇ ਬੀਜੇਪੀ 'ਚ। ਸੋ ਬੀਜੇਪੀ ਅਜਿਹੀ ਪਾਰਟੀ ਬਣ ਗਈ ਇਹਦਾ ਜਿਹੜਾ ਪ੍ਰਧਾਨ ਹੁੰਦਾ ਉਹ ਕਿਸੇ ਪਰਿਵਾਰਕ ਬੈਕਗ੍ਰਾਉਂਡ ਤੋਂ ਨਹੀਂ ਹੁੰਦਾ, ਉਹ ਪੋਲੀਟੀਕਲ ਵਿਰਾਸਤ ਵਾਲਾ ਪਰਿਵਾਰ ਨਹੀਂ ਹੁੰਦਾ। ਕਾਂਗਰਸ 'ਚ ਗਾਂਧੀ ਪਰਿਵਾਰ ਤੋਂ ਇਲਾਵਾ ਇਹਨਾਂ ਨੂੰ ਕੋਈ ਲੀਡਰ ਨਹੀਂ ਲੱਭ ਰਿਹਾ ਜਿਹੜਾ ਕਾਂਗਰਸ ਦੀ ਪ੍ਰਧਾਨਗੀ ਕਰ ਸਕੇ। ਸੋ ਇਹ ਫਰਕ ਹੈ ਮੂਲ ਰੂਪ ਦੇ ਵਿੱਚ। ਚਲੋ, ਅਗਰ ਰਾਹੁਲ ਗਾਂਧੀ ਵੀ ਪ੍ਰਧਾਨ ਬਣ ਜਾਂਦੇ ਨੇ ਜੂਨ 'ਚ, ਤੇ ਹੋ ਸਕਦਾ ਰਾਹੁਲ ਗਾਂਧੀ ਕਾਂਗਰਸ ਨੂੰ ਹੁਣ ਜਦੋਂ, ਦੇਖੋ ਇੱਕ ਗੱਲ ਜ਼ਰੂਰ ਹੈ, ਰਾਹੁਲ ਗਾਂਧੀ ਨੇ ਪਹਿਲਾਂ ਇਸ ਕਰਕੇ ਵੀ ਪ੍ਰਧਾਨਗੀ ਛੱਡੀ, ਰਾਹੁਲ ਗਾਂਧੀ ਤੇ ਦਬਾਅ ਬੜਾ ਸੀ ਚਾਚਿਆਂ ਦਾ, ਤਾਇਆਂ ਦਾ। ਮਤਲਬ ਜਿਹੜੇ ਰਾਜੀਵ ਗਾਂਧੀ ਦੇ ਸਮਕਾਲੀ ਲੀਡਰ ਸੀ, ਉਹ ਰਾਜੀਵ ਗਾਂਧੀ ਨੂੰ ਆਪਣਾ ਭਰਾ ਹੀ ਸਮਝਦੇ ਸੀ, ਦੋਸਤ ਸਮਝਦੇ ਸੀ, ਤੇ ਰਾਹੁਲ ਗਾਂਧੀ ਨੂੰ ਸਮਝਦੇ ਸੀ ਭਤੀਜਾ। ਤੇ ਰਾਹੁਲ ਗਾਂਧੀ ਵੀ ਸਾਰਿਆਂ ਨੂੰ, ਕਿਉਂਕਿ ਉਮਰ 'ਚ ਛੋਟਾ ਸੀ, ਅੰਕਲ, ਚਾਚਾ, ਤਾਇਆ ਇਹ ਕਹਿੰਦਾ ਹੋਊਗਾ। ਸੋ ਹੁਣ ਉਹ ਅੰਕਲ, ਚਾਚੇ, ਤਾਏ ਰਾਹੁਲ ਗਾਂਧੀ ਤੋਂ ਆਪਣੀ ਮਰਜ਼ੀ ਦੇ ਫੈਸਲੇ ਕਰਾਉਂਦੇ ਰਹਿੰਦੇ ਸੀ। ਇਸ ਕਰਕੇ ਰਾਹੁਲ ਗਾਂਧੀ ਕਹਿੰਦਾ ਵੀ ਜੇ ਇਸ ਵਾਰ ਮੈਂ ਜਿੱਤੂਗਾ ਤੇ ਕੋਈ ਮੈਨੂੰ ਦਖਲ ਨਹੀਂ ਦਊਗਾ। ਮਤਲਬ ਐਤਕੀ ਰਾਹੁਲ ਗਾਂਧੀ ਨੇ ਕਿਸੇ ਚਾਚੇ ਤਾਏ ਦਾ ਦਖਲ ਨਹੀਂ ਮੰਨਣਾ, ਔਰ ਇਹ ਹੋਣਾ ਵੀ ਚਾਹੀਦਾ। ਦੇਖੋ, ਰਾਹੁਲ ਗਾਂਧੀ ਅਗਰ ਸ਼ੁੱਧ ਰੂਪ 'ਚ ਪਾਰਟੀ ਨੂੰ ਚਲਾਉਣ ਪ੍ਰਧਾਨ ਦੇ ਤੌਰ ਤੇ, ਕਿਸੇ ਦੀ ਗੱਲ ਨਾ ਸੁਣਨ ਦਬਾਅ 'ਚ ਆ ਕੇ, ਮੈਰਿਟ ਦੇ ਆਧਾਰ ਤੇ ਗੱਲ ਸਭ ਦੀ ਸੁਣਨ, ਔਰ ਮੈਰਿਟ ਦੇ ਆਧਾਰ ਤੇ ਅਗਰ ਰਾਹੁਲ ਗਾਂਧੀ ਫੈਸਲੇ ਕਰਨ, ਤੇ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਦੀ ਜੋੜੀ ਹੈ ਜਿਹੜੀ, ਜਿਵੇਂ ਉਧਰ ਮੋਦੀ ਤੇ ਅਮਿਤ ਸ਼ਾਹ ਨੇ, ਇਸ ਰੂਪ 'ਚ ਕਾਂਗਰਸ ਨੂੰ ਅੱਗੇ ਵਧਾ ਸਕਦੇ ਨੇ। ਦੇਖੋ, ਸਾਡੇ ਮੁਲਕ 'ਚ ਕੋਈ ਵੱਡੀ ਤੀਜੀ ਧਿਰ ਨਹੀਂ, ਕਹਿੰਦੇ ਕੋਈ ਮੁਲਕ 'ਚ ਵੱਡੀ ਤੀਜੀ ਧਿਰ ਨਹੀਂ, ਔਰ ਕਿਸੇ ਵੀ ਮੁਲਕ 'ਚ ਮਜ਼ਬੂਤ ਵਿਰੋਧੀ ਧਿਰ ਦਾ ਹੋਣਾ ਬੜਾ ਜ਼ਰੂਰੀ ਹੈ। ਹੁਣ ਵਿਰੋਧੀ ਧਿਰ ਹੀ ਹੈ ਨਹੀਂ, ਕਾਂਗਰਸ 50 ਤੋਂ ਘਟ ਗਈ, ਕ੍ਰਿਕਟ 'ਚ ਵੀ 50 ਤੋਂ ਘੱਟ ਸਕੋਰ ਦਾ ਮੁੱਲ ਨਹੀਂ। 50 ਵਾਲੇ ਨੂੰ ਅੱਧੀ ਸੈਂਚਰੀ ਕਹਿੰਦੇ, 100 ਵਾਲੇ ਨੂੰ ਸੈਂਕੜਾ। ਗਵਾਸਕਰ ਹੋ ਗਿਆ, ਸਚਿਨ ਤੇਂਦੁਲਕਰ ਹੋ ਗਿਆ, ਕੋਹਲੀ ਹੋ ਗਿਆ, ਧੋਨੀ ਹੋ ਗਿਆ, ਐਂ ਗਿਣਦੇ ਨਾ ਇਹਨਾਂ ਨੇ ਕਿੰਨੀਆਂ 50 ਮਾਰੀਆਂ, ਕਿੰਨੇ 100। ਸੋ ਕਾਂਗਰਸ 50 ਤੋਂ ਘਟ ਗਈ, ਇਸ ਕਰਕੇ ਕਾਂਗਰਸ ਗਿਣਤੀ 'ਚ ਨਹੀਂ। ਅਗਰ ਕਾਂਗਰਸ 50 ਸੀਟਾਂ ਤੇ ਹੁੰਦੀ, 100 ਸੀਟਾਂ ਤੇ ਹੁੰਦੀ, ਮੁਲਕ 'ਚ ਕਾਂਗਰਸ ਦੀ ਵਿਰੋਧੀ ਧਿਰ ਦੇ ਤੌਰ ਤੇ ਇੱਕ ਕੌਮੀ ਭੂਮਿਕਾ ਹੋਣੀ ਸੀ, ਜਿਹੜੀ ਨਹੀਂ ਹੈ। ਆ ਜਿਹੜੇ ਕਿਸਾਨ ਕਾਨੂੰਨਾਂ ਦੇ ਮਾਮਲੇ 'ਚ ਵੀ ਬੀਜੇਪੀ ਸਾਰੀ ਗੱਲ ਕਾਂਗਰਸ ਤੇ ਸੁੱਟੀ ਜਾਂਦੀ ਹੈ ਵੀ ਕਾਂਗਰਸ ਪਿੱਛੇ ਹੈ, ਕਾਂਗਰਸ ਵਿਰੋਧ ਕਰ ਰਹੀ ਹੈ। ਕਾਂਗਰਸ ਨੂੰ ਵੀ ਪਤਾ ਵੀ ਅਸੀਂ ਕਿੰਨੇ ਕੁ ਪਿੱਛੇ ਹਾਂ, ਹੈ ਜੀ।
ਕਾਂਗਰਸ ਨੂੰ, ਪੰਜਾਬ ਨੂੰ ਛੱਡ ਕੇ ਕਾਂਗਰਸ ਕਿੱਥੇ ਪਿੱਛੇ? ਪੰਜਾਬ 'ਚ ਵੀ ਕੈਪਟਨ ਅਮਰਿੰਦਰ ਕਰਕੇ ਕਾਂਗਰਸ ਨਜ਼ਰ ਆ ਰਹੀ ਹੈ ਨਾ ਵੀ ਕਾਂਗਰਸ ਦੀ ਸਰਕਾਰ ਹੈ, ਨਹੀਂ ਤਾਂ ਕਾਂਗਰਸ ਕਿੱਥੇ ਲੱਭ ਰਹੀ ਹੈ ਇਹਨਾਂ ਕਾਨੂੰਨਾਂ ਤੇ? ਹੈ ਨੀ? ਬਿਲਕੁਲ ਕਿਤੇ ਮਾੜਾ ਮੋਟਾ ਦਿਨ ਦਿਹਾੜੇ ਮੌਕੇ ਕੋਈ ਪ੍ਰੋਟੈਸਟ ਕਰ ਦਿੰਦੇ ਨੇ, ਉੱਥੇ ਕਾਂਗਰਸ ਦੇ ਵੱਡੇ ਲੀਡਰ ਮਾੜਾ ਮੋਟਾ ਕੋਈ ਮੰਗ ਪੱਤਰ ਦੇ ਆਉਂਦੇ ਆ, ਕੋਈ ਟਵੀਟ ਕਰ ਦਿੰਦੇ ਆ। ਇਹ ਸਿਆਸਤ ਥੋੜੀ ਹੈ ਵਿਰੋਧੀ ਧਿਰ ਦੀ। ਜੀ ਵਿਰੋਧੀ ਧਿਰ ਦੀ ਭੂਮਿਕਾ ਇਹੋ ਜਿਹੀ ਹੋਣੀ ਚਾਹੀਦੀ ਸੀ ਕਿ ਸਰਕਾਰ ਤੇ ਦਬਾਅ ਪੈਂਦਾ, ਉਸਾਰੂ ਦਬਾਅ, ਕੱਲਾ ਨਾਅਰੇਬਾਜ਼ੀ ਵਾਲਾ ਦਬਾਅ ਨਹੀਂ। ਸੋ ਇਸ ਕਰਕੇ ਅਗਰ ਰਾਹੁਲ ਗਾਂਧੀ ਦੁਬਾਰਾ ਜਿੱਤ ਕੇ ਬਣਦੇ ਨੇ, ਜਿਹਦੀ ਸੰਭਾਵਨਾ ਬਹੁਤ ਜ਼ਿਆਦਾ ਹੈ, ਕਿਉਂਕਿ ਹੋਰ ਕਿਸੇ ਨੇ ਕਾਗਜ਼ ਹੀ ਨਹੀਂ ਭਰਨੇ ਉਹਨਾਂ ਦੇ ਖਿਲਾਫ। ਬਿਲਕੁਲ ਜੇ ਕੋਈ ਭਰੂਗਾ, ਕੋਈ ਮੇਰੇ ਵਰਗਾ ਬੜਾ ਹੀ ਕਮਜ਼ੋਰ ਵਿਅਕਤੀ ਹੋ, ਹੈ ਗਗਨ ਜੀ ਜਿਹਨੂੰ ਪਤਾ ਹੈ ਵੀ ਚਲੋ। ਸੋ ਇਸ ਕਰਕੇ ਜੇ ਦੁਬਾਰਾ ਹੁਣ ਰਾਹੁਲ ਗਾਂਧੀ ਪ੍ਰਧਾਨ ਬਣਦੇ ਨੇ ਤੇ ਉਹ ਕਿਸੇ ਵੀ ਪ੍ਰਭਾਵ ਤੋਂ ਬਾਹਰ ਰਹਿ ਕੇ ਅਗਰ ਕੰਮ ਕਰਨਗੇ, ਮੈਰਿਟ ਦੇ ਆਧਾਰ ਤੇ ਕੰਮ ਕਰਨਗੇ, ਫਿਰ ਉਹ ਜ਼ਰੂਰ ਭਵਿੱਖ 'ਚ ਕਾਮਯਾਬ ਹੋ ਸਕਦੇ ਨੇ। ਕਿਉਂਕਿ ਮੁਲਕ 'ਚ ਕੋਈ ਵੀ ਪੋਲੀਟੀਕਲ ਪਾਰਟੀ ਹਮੇਸ਼ਾ ਲਈ ਖਤਮ ਨਹੀਂ ਹੁੰਦੀ, ਹਮੇਸ਼ਾ ਲਈ ਸੱਤਾ 'ਚ ਨਹੀਂ ਹੁੰਦੀ। ਜਦੋਂ ਕਾਂਗਰਸ ਨੇ ਇੰਨੇ ਸਾਲ ਰਾਜ ਕੀਤਾ, ਕਿਸੇ ਨੇ ਸੋਚਿਆ ਸੀ ਕਿ ਬੀਜੇਪੀ ਦਾ ਐਡਾ ਵੱਡਾ ਦਬਦਬਾ ਬਣ ਜੂ? ਜੀ ਅੱਜ ਜਦੋਂ ਬੀਜੇਪੀ ਦਾ ਐਡਾ ਵੱਡਾ ਦਬਕਾ ਹੈ, ਕੋਈ ਨਹੀਂ ਸੋਚ ਰਿਹਾ ਕਿ ਹੋਰ ਕੋਈ ਪਾਰਟੀ ਖੜੀ ਹੋਊਗੀ। ਪਰ ਲੋਕ ਸੱਤਾ ਤੇ ਧਰੁਵੀਕਰਨ ਦਾ ਆਧਾਰ ਤੇ ਪੋਲੀਟੀਕਲ ਸਿਸਟਮ ਦੇ ਵਿੱਚ ਸੋਚ ਲੋਕ ਆਪਣੀ ਵੋਟ ਨਾਲ ਬਦਲ ਦਿੰਦੇ। ਜੀ ਸੋ ਕੋਈ ਵੱਡੀ ਗੱਲ ਨਹੀਂ ਕਿ ਅਗਰ ਕਾਂਗਰਸ ਉਸਾਰੂ ਕੰਮ ਕਰੇ, ਮਜ਼ਬੂਤ ਧਿਰ ਦੇ ਤੌਰ ਤੇ ਕੰਮ ਕਰੇ ਰਾਹੁਲ ਗਾਂਧੀ ਦੀ ਅਗਵਾਈ 'ਚ, ਤੇ ਕਾਂਗਰਸ ਬੀਜੇਪੀ ਨੂੰ ਫੇਰ ਟੱਕਰ ਦੇ ਸਕਦੀ ਹੈ ਭਵਿੱਖ 'ਚ, ਭਾਵੇਂ ਰਾਹੁਲ ਗਾਂਧੀ ਦੀ ਅਗਵਾਈ 'ਚ ਹੋਵੇ। ਦੇਖੋ ਰਾਹੁਲ ਗਾਂਧੀ ਅਜੇ 50-52 ਸਾਲ ਦਾ ਹੀ ਹੋਇਆ ਜੀ ਤੇ ਨਰਿੰਦਰ ਮੋਦੀ ਨਾਲੋਂ ਰਾਹੁਲ ਗਾਂਧੀ ਜ਼ਿਆਦਾ ਨਹੀਂ ਤੇ 15-20 ਸਾਲ ਤਾਂ ਛੋਟਾ ਹੀ ਹੋਏਗਾ। ਜੀ ਹੈ ਨਹੀਂ, ਪ੍ਰਧਾਨ ਮੰਤਰੀ ਸਾਹਿਬ ਤੋਂ ਤਾਂ ਰਾਹੁਲ ਗਾਂਧੀ ਛੋਟਾ ਹੀ ਹੋਏਗਾ। ਸੋ ਉਹੀ ਸਮਾਂ, ਸੋ ਅਗਰ 5-10 ਸਾਲ ਰਾਹੁਲ ਗਾਂਧੀ ਮਿਹਨਤ ਕਰ ਲਏ ਚੰਗੀ ਤਰ੍ਹਾਂ, ਸੋ ਜਿਵੇਂ ਨਰਿੰਦਰ ਮੋਦੀ ਉਹਨਾਂ ਨੇ ਪ੍ਰਸਿੱਧੀ ਖੱਟੀ ਹੈ, ਰਾਹੁਲ ਗਾਂਧੀ ਕੋਲੇ, ਪ੍ਰਿੰਕਾ ਗਾਂਧੀ ਕੋਲੇ ਵੀ ਮੌਕਾ ਹੈ, ਪਰ ਉਹਨਾਂ ਨੂੰ ਕੰਮ ਕਰਨਾ ਪਊਗਾ ਜਿਵੇਂ ਨਰਿੰਦਰ ਮੋਦੀ ਨੇ ਕੰਮ ਕੀਤਾ। ਜੀ ਸਿਆਸਤ 'ਚ ਸਰਗਰਮ ਤੇ ਲੋਕ ਮੁੱਦਿਆਂ ਦੀ ਸਿਆਸਤ ਕਰਨੀ ਪਊਗੀ। ਬਿਲਕੁਲ। ਸੋ ਡੱਲਾ ਜੀ, ਇਸ ਦੇ ਨਾਲ ਹੀ ਪੰਜਾਬ ਦੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਬੜਾ ਜੰਜਾਲ ਜਿਹਾ ਪੈਦਾ ਹੁੰਦਾ ਜਾ ਰਿਹਾ, ਕਿਉਂਕਿ ਹੁਣ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਵੀ ਚੰਡੀਗੜ੍ਹ ਜਾ ਕੇ ਕਹਿੰਦੇ ਚੋਣ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਜਾ ਕੇ ਪ੍ਰਦਰਸ਼ਨ ਕਰਕੇ ਆਏ ਨੇ ਕਿ ਇਹਨਾਂ ਚੋਣਾਂ ਨੂੰ ਮੁਲਤਵੀ ਕਰੋ, ਕਿਉਂਕਿ ਇਹਦਾ ਪ੍ਰਭਾਵ ਜਿਹੜਾ ਹੈ ਕਿਸਾਨੀ ਅੰਦੋਲਨ ਦੇ ਉੱਤੇ ਪਊਗਾ। ਇਸ ਸਿਆਸਤ ਨੂੰ ਕਿੱਦਾਂ ਵੇਖਦੇ? ਦੇਖੋ, ਇੱਕ ਤਾਂ ਗੱਲ ਅਸੀਂ ਮਹਿਸੂਸ ਕਰੀਏ ਨਾ, ਵੱਡੀ ਗਿਣਤੀ 'ਚ ਸਾਡੇ ਕਿਸਾਨ ਦਿੱਲੀ 'ਚ ਨੇ। ਜੀ ਚੋਣਾਂ 14 ਫਰਵਰੀ ਨੂੰ ਹੋਣੀਆਂ ਨੇ। ਕੀ ਕਿਸਾਨ ਵੋਟਾਂ ਪਾਉਣ ਆਉਣਗੇ? ਭਾਵੇਂ ਕਾਰਪੋਰੇਸ਼ਨ ਦੀਆਂ ਨੇ, ਭਾਵੇਂ ਨਗਰ ਨਿਗਮਾਂ ਦੀਆਂ ਨੇ, ਭਾਵੇਂ ਕਮੇਟੀ ਦੀਆਂ ਨੇ, ਭਾਵੇਂ ਕੌਂਸਲ ਦੀਆਂ ਨੇ। ਤੁਹਾਨੂੰ ਲੱਗਦਾ ਹੈ ਕਿ ਕਿਸਾਨ ਅੰਦੋਲਨ ਛੱਡ ਕੇ ਵੋਟਾਂ ਪਾਉਣ ਆਉਣਗੇ? 39 ਲੱਖ ਵੋਟਰ ਨੇ, 39 ਲੱਖ ਤੋਂ ਵੱਧ ਵੋਟਰ ਨੇ ਪੰਜਾਬ 'ਚ। ਜੀ ਸੋ ਜਦੋਂ ਕਿਸਾਨ ਵੋਟਾਂ ਪਾਉਣ ਨਹੀਂ ਆ ਸਕਦੇ ਅੰਦੋਲਨ ਛੱਡ ਕੇ, ਤੇ ਸਰਕਾਰ ਨੂੰ ਸਮਝਣਾ ਚਾਹੀਦਾ ਕਿ ਇਹ ਸਮਾਂ ਵੋਟਾਂ ਦਾ ਨਹੀਂ ਹੈ। ਕਿਸਾਨ ਅੰਦੋਲਨ 'ਚ ਬੈਠੇ ਨੇ, ਅਸੀਂ ਉਹਨਾਂ ਦੇ ਮੁੜਨ ਤੋਂ ਬਾਅਦ ਵੋਟਾਂ ਕਰਾ ਲਾਂਗੇ। ਬਿਲਕੁਲ। ਪਰ ਪੋਲੀਟੀਕਲ ਪਾਰਟੀਆਂ ਦਾ ਮੌਕਾ ਹੁੰਦਾ ਕਿ ਹੁਣ ਹਾਲਾਤ ਇਸ ਤਰ੍ਹਾਂ ਦੇ ਨੇ, ਕਾਂਗਰਸ ਨੂੰ ਵੀ ਲੱਗਦਾ ਕਿ ਹੁਣ ਹਾਲਾਤ ਅਜਿਹੇ ਨੇ, ਜੇ ਅਸੀਂ ਚੋਣਾਂ ਕਰਾ ਲਈਏ ਤੇ ਸਾਡਾ ਫਾਇਦਾ ਹੋ ਜਾਊਗਾ। ਸੋ ਇਸ ਕਰਕੇ ਹੋਣੀਆਂ ਤਾਂ ਨਹੀਂ ਚਾਹੀਦੀਆਂ ਸੀ, ਪਰ ਸਰਕਾਰਾਂ ਆਪਣੀ ਮਰਜ਼ੀ ਦੇ ਫੈਸਲੇ ਕਰਦੀਆਂ ਨੇ। ਜੀ ਜਿਹੜੇ ਵੋਟਾਂ ਤਾਂ ਬਿਹਾਰ 'ਚ ਵੀ ਨਹੀਂ ਸੀ ਕੋਵਿਡ ਦੇ ਸਮੇਂ 'ਚ ਹੋਣੀਆਂ ਚਾਹੀਦੀਆਂ, ਪਰ ਕਰਾ ਲੀਆਂ ਸਰਕਾਰ ਨੇ, ਬੀਜੇਪੀ ਨੇ ਵੀ ਕਰਾ ਲੀਆਂ। ਜੀ ਉਹਨਾਂ ਨੂੰ ਲੱਗਿਆ ਕਿ ਇਹ ਸਹੀ ਵਕਤ ਹੈ, ਹੋਣੀਆਂ ਨਹੀਂ ਸੀ ਚਾਹੀਦੀਆਂ। ਪਰ ਡੱਲਾ ਜੀ, ਇੱਥੇ ਵੀ ਸਵਾਲ ਖੜਾ ਹੁੰਦਾ ਨਾ ਕਿ ਜਿਹੜੀਆਂ ਇਹ ਚੋਣਾਂ ਨੇ ਜ਼ਿਆਦਾਤਰ ਸ਼ਹਿਰੀ ਤਬਕੇ ਦੀਆਂ ਨੇ, ਸ਼ਹਿਰੀ ਤਬਕੇ ਦੇ ਵਿੱਚ ਜਿਹੜੀ ਇਹ ਚੋਣ ਪ੍ਰਕਿਰਿਆ ਪੂਰੀ ਹੋਣੀ ਹੈ। ਸੋ ਇਸ ਕਰਕੇ ਜਿੰਨੇ ਜ਼ਿਆਦਾਤਰ ਲੋਕ ਧਰਨਿਆਂ ਦੇ ਵਿੱਚ ਨੇ, ਉਹ ਸਾਰੇ ਪਿੰਡਾਂ ਦੇ ਵਿੱਚੋਂ ਗਏ ਨੇ। ਸੋ ਬਹੁਤਾ ਪ੍ਰਭਾਵ ਇਹਨਾਂ ਚੋਣਾਂ ਦੇ ਉੱਤੇ ਨਹੀਂ ਦਿਖੂਗਾ। ਪਰ ਦੇਖੋ, ਜਿੱਥੇ ਨਗਰ ਕੌਂਸਲ ਤੇ ਨਗਰ ਕਮੇਟੀਆਂ ਦੀ ਗੱਲ ਆ ਜਾਂਦੀ ਹੈ, ਔਰ ਦੂਸਰਾ ਗਗਨ, ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਕਿਸਾਨ ਵਰਗ ਹੈ, ਜੀ ਦੇਖੋ ਹੁਣ ਆੜਤੀ ਨੇ, ਸਾਡੇ ਆੜਤੀਆਂ ਨੇ 25, 26, 27 ਮੈਨੂੰ ਪਤਾ ਲੱਗਿਆ 3 ਦਿਨਾਂ ਲਈ ਜੀ ਆੜਤੀ ਭਰਾਵਾਂ ਨੇ ਮੀਟਿੰਗ ਕਰਕੇ ਆਪਣਾ ਕਾਰੋਬਾਰ ਬੰਦ ਰੱਖਣ ਦੀ ਗੱਲ ਕਰਤੀ ਹੈ। ਜੀ 25 ਤੋਂ 27 ਜਨਵਰੀ ਤੱਕ ਪੂਰੇ ਪੰਜਾਬ 'ਚ ਆੜਤੀ ਆਪਣਾ ਕਾਰੋਬਾਰ ਬੰਦ ਰੱਖਣਗੇ, ਟਰੈਕਟਰ ਰੈਲੀ ਔਰ ਗਣਤੰਤਰ ਦਿਵਸ ਦੇ ਮੌਕੇ ਕਿਸਾਨਾਂ ਦੇ ਹੱਕ 'ਚ। ਸੋ ਇਸ ਕਰਕੇ ਵੋਟਾਂ ਵੇਲੇ ਵੀ ਅਜਿਹੀ ਸਾਂਝ ਨਜ਼ਰ ਆਉਣੀ ਹੈ। ਸੋ ਸਾਰੇ ਲੋਕ ਕਿਸਾਨਾਂ ਨਾਲ ਜੁੜੇ ਨੇ ਗਗਨ, ਕਿਸੇ ਨਾ ਕਿਸੇ ਰੂਪ 'ਚ, ਔਰ ਸ਼ਹਿਰਾਂ 'ਚ ਵੀ ਬਹੁਤ ਵੱਡੀ ਗਿਣਤੀ 'ਚ ਕਿਸਾਨ ਨੇ, ਔਰ ਜਿਹੜੀਆਂ ਨਗਰ ਕਮੇਟੀਆਂ ਨੇ, ਨਗਰ ਕੌਂਸਲਾਂ ਨੇ, ਕਈ ਅਰਧ ਸ਼ਹਿਰੀ ਇਲਾਕੇ ਵੀ ਨੇ। ਜੀ ਇਸ ਕਰਕੇ ਮੈਨੂੰ ਲੱਗਦਾ ਕਿ ਅਗਰ ਵੋਟਾਂ ਲੇਟ ਹੋ ਜਾਂਦੀਆਂ ਤੇ ਬਹੁਤ ਵਧੀਆ ਸੀ, ਪਰ ਹੁਣ ਚੋਣ ਜ਼ਾਬਤਾ ਲੱਗ ਗਿਆ, ਹੁਣ ਤਾਂ ਵੋਟਾਂ ਪੈਣੀਆਂ ਨੇ, ਹੁਣ ਤਾਂ ਦੇਖਦੇ ਹਾਂ ਰਿਜ਼ਲਟ ਕੀ ਆਉਂਦਾ। ਪਰ ਮੈਂ ਬੇਨਤੀ ਜ਼ਰੂਰ ਕਰੂੰਗਾ ਕਿ ਖਤਮ ਕਰਨ ਤੋਂ ਪਹਿਲਾਂ ਅੱਜ ਦਾ ਇਹ ਪ੍ਰੋਗਰਾਮ ਜੀ ਜਿਹੜੇ ਮੁੱਖ ਬਿੰਦੂ ਨੇ ਨਾ ਜੀ, ਕਿਸਾਨਾਂ ਨੇ ਮੁੱਖ ਗੱਲਾਂ ਕੀ ਕੀਤੀਆਂ ਕੱਲ ਦੀ ਮੀਟਿੰਗ 'ਚੋਂ ਬਾਹਰ ਆ ਕੇ, ਛੋਟੀਆਂ ਗੱਲਾਂ, ਮੁੱਖ ਗੱਲਾਂ, वो जरूर सुना दो। जो हमारी बात है, जो हमारी मांगें थी, वो सरकार ने आज उनको जो है वो नहीं मानना है, तो बात समाप्त हो गई है। और
आगे तो 26 के बाद ये होगा जो भी होगा। अगली तारीख आपको दी नहीं? नहीं, तारीख अभी कोई तय नहीं हुई। अगर बैठ के बातचीत हुआ, वो लोग आगे चलने के अपील करने के लिए तैयार नहीं, वो होल्ड करने के लिए तैयार है। होल्ड के 1 साल 1.5 साल की जगह पर 2 साल कर देंगे और दूसरे कानून हैं उनकी लिखती दे देंगे। बाकी इसमें क्या है, MSP की कमेटी बना देंगे, कानूनों के लिए कमेटी बना देंगे। वही बात पुरानी बात है, नई बात नहीं है। ਗੱਲਬਾਤ ਜਿਹੜੀ ਆ ਬੇਸੱਟਾ ਜੀ। ਸਰਕਾਰ ਜਿਹੜੀ ਆ ਕਿਸਾਨਾਂ ਦੇ ਨਾਲ ਕੋਈ ਹਮਦਰਦੀ ਨਹੀਂ। ਅਜੇ ਸਰਕਾਰ ਨੇ 150 ਦੇ ਕਰੀਬ ਸਾਡੇ ਕਿਸਾਨਾਂ ਦੀਆਂ ਜਿਹੜੀਆਂ ਨੇ ਉਹ ਬਲੀਆਂ ਲੈ ਲਈਆਂ ਨੇ ਤੇ ਅੱਗੇ ਪਤਾ ਨਹੀਂ ਹੋਰ ਕਿੰਨੀਆਂ ਕੁਰਬਾਨੀਆਂ ਜਿਹੜੀਆਂ ਨੀਵਾਂ ਦਿਖਾਉਣ ਵਾਲੀਆਂ ਗੱਲਾਂ ਨੇ। ਅਸੀਂ ਉਹਨਾਂ ਨੂੰ ਗੱਲਬਾਤ ਲਈ ਕਿਉਂ ਕਹਾਂਗੇ? ਸਾਨੂੰ ਗੱਲਬਾਤ ਦੀ ਉਹਨਾਂ ਨੂੰ ਲੋੜ ਹੀ ਨਹੀਂ। ਤੁਸੀਂ ਤਿੰਨੇ ਕਾਨੂੰਨ, ਖੇਤੀ ਕਾਨੂੰਨ ਰੱਦ ਕਰ ਦਿਓ। ਗੱਲ ਤਾਂ ਇੰਨੀ ਆ, ਖੇਤੀ ਕਾਨੂੰਨ ਰੱਦ ਕਰਾਉਣ ਦੀ ਲੜਾਈ ਹੈਗੀ ਆ। ਸਾਨੂੰ ਇੱਥੇ ਬੁਲਾਓ ਨਾ, ਤਿੰਨੋਂ ਖੇਤੀ ਕਾਨੂੰਨ ਰੱਦ ਕਰ ਦਿਓ ਤੇ MSP ਨੂੰ ਲੀਗਲ ਰਾਈਟ ਬਣਾ ਦਿਓ। ਦੇਖੋ ਅੰਦਰ ਕੋਈ ਗੱਲਬਾਤ ਜਿਹੜੀ ਹੋਈ ਆ ਬੇਸਿੱਟਾ ਰਹੀ ਆ। ਸਰਕਾਰ ਦੀ ਬਾਰ-ਬਾਰ ਕੋਸ਼ਿਸ਼ ਇਹ ਸੀਗੀ ਬਸ ਜਿਹੜੀ ਇਹ ਦੁਬਾਰਾ ਜਿਹੜਾ ਹੋ ਰਹੀ ਹੈ ਔਰ ਕਾਨੂੰਨ ਨੇ ਅਸੀਂ ਲਗਾਤਾਰ ਦਿਖਾ ਰਹੇ ਹਾਂ, ਕਿਸਾਨ ਲੀਡਰਾਂ ਨਾਲ ਗੱਲਬਾਤ ਕਰ ਰਹੇ ਹਾਂ, ਕਿਉਂਕਿ ਸਰਕਾਰ ਦੇ ਨਾਲ ਜੋ 2 ਸਾਲ ਗੱਲਬਾਤ ਸਿਲਸਿਲਾ ਸ਼ੁਰੂ ਹੋਇਆ, ਲੇਕਿਨ ਇਸ ਗੱਲ ਦੇ ਉੱਤੇ ਅਸੀਂ ਬਿਲਕੁਲ ਸਹਿਮਤ ਨਹੀਂ। ਅਸੀਂ ਕੱਲ ਹੀ ਰੱਦ ਕਰ ਦਿੱਤਾ ਸੀ, ਅੱਜ ਫਿਰ ਅਸੀਂ ਮੀਟਿੰਗ ਦੇ ਵਿੱਚ ਰੱਦ ਕਰ ਦਿੱਤਾ ਇਹ ਸੀ ਇਹਨਾਂ ਦੇ ਇਸ ਪ੍ਰਸਤਾਵ ਨੂੰ। ਦੇਖੋ ਸਾਰੀਆਂ ਅਹਿਮ ਗੱਲਾਂ ਕਿਸਾਨਾਂ ਨੇ ਗਗਨ ਕਰਤੀਆਂ। ਬਿਲਕੁਲ। ਸੋ ਕਾਫੀ ਕੁਝ ਕਿਸਾਨਾਂ ਦੇ ਇਸ ਜਿਹੜਾ ਅੰਦੋਲਨ ਚੋਂ ਔਰ ਕੱਲ ਦੀ ਮੀਟਿੰਗ ਚੋਂ ਸਾਨੂੰ ਜਿਹੜਾ ਹੈ ਉਹ ਨਜ਼ਰ ਆਇਆ ਔਰ ਆਸ ਹੁਣ ਇਹ ਕਰਾਂਗੇ, ਕਾਮਨਾ ਵੀ ਕਰਾਂਗੇ ਕਿ 26 ਜਨਵਰੀ ਸੁੱਖੀ ਸਾਂਦੀ ਲੰਘੇ, ਮੁਹੱਬਤ ਰਵੇ ਪੁਲਿਸ 'ਚ, ਸਰਕਾਰ 'ਚ ਤੇ ਕਿਸਾਨਾਂ 'ਚ, ਤੇ ਪੁਲਿਸ ਤੇ ਸਰਕਾਰਾਂ ਆਪਣੀ ਪਰੇਡ ਵੀ ਕਰਨ, ਗਣਤੰਤਰ ਸਰਕਾਰੀ ਤੇ ਕਿਸਾਨਾਂ ਦੀ ਪਰੇਡ ਨੂੰ ਵੀ ਸੁਰੱਖਿਆ ਦੇਣ ਤੇ ਉਹ 'ਚ ਸ਼ਮੂਲੀਅਤ ਕਰਨ ਤੇ ਚੰਗੀ ਗੱਲ। ਜੀ ਬਿਲਕੁਲ। ਤੇ ਬੀਤੀ ਰਾਤ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਖਾਸ ਮਸਲਿਆਂ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਜ਼ਰੀਏ ਲਾਈਵ ਹੋਈ ਸੀ। ਉਹਨਾਂ ਦੀਆਂ ਵੀ ਖਾਸ ਗੱਲਾਂ ਜਾਂਦੇ ਸੁਣਾ ਦਿਆਂਗੇ ਤੇ ਉਸ ਤੋਂ ਬਾਅਦ ਇਜਾਜ਼ਤ ਲਵਾਂਗੇ। ਮੇਰੇ ਕੋਲ ਅੱਜ 76 ਲੋਕਾਂ ਦੀ ਇੱਥੇ ਖਬਰ ਆਈ ਹੈ ਕਿ ਇਹ ਸਾਡੇ ਇਸ ਕਿਸਾਨੀ ਦੇ ਅੰਦੋਲਨ ਦੇ ਵਿੱਚ ਪੂਰੇ ਹੋ ਗਏ ਨੇ। ਬਜ਼ੁਰਗ ਹੋਣੇ ਹੈ, ਠੰਡ ਦੇ ਵਿੱਚ ਇਸ ਤਰੀਕੇ ਨਾਲ ਜਾਣੇ। ਅਸੀਂ ਆਪਣੇ ਵੱਲੋਂ ਹਰ ਬੰਦੇ ਨੂੰ, ਜਿਹੜੇ ਮੇਰੇ ਕੋਲ 76 ਪਹੁੰਚੇ ਨੇ ਇੱਥੇ, ਮੇਰੇ ਕੋਲ ਕਾਗਜ਼ ਸ਼ਾਇਦ ਹੋਰ ਹੋਣ ਪਰ ਹਾਲੇ ਤੱਕ ਮੇਰੇ ਦਫ਼ਤਰ ਦੇ ਵਿੱਚ 76 ਪਹੁੰਚੇ ਨੇ। ਅਸੀਂ 5-5 ਲੱਖ ਰੁਪਈਆ ਸਾਰੇ ਪਰਿਵਾਰਾਂ ਨੂੰ ਦੇ ਰਹੇ ਹਾਂ ਉਹਨਾਂ ਦੀ ਮਦਦ ਵਾਸਤੇ। ਔਰ ਮੈਂ ਅੱਜ ਐਲਾਨ ਕਰਦਾ ਕਿ ਹਰ ਜਿਹੜਾ ਕਿਸਾਨ ਉੱਥੇ ਸ਼ਹੀਦ ਹੁੰਦਾ ਹੈ ਇਸ ਅੰਦੋਲਨ ਦੇ ਵਿੱਚ, ਉਹਦੇ ਇੱਕ ਬੱਚੇ ਨੂੰ ਅਸੀਂ ਨੌਕਰੀ ਦੇਵਾਂਗੇ, ਸਰਕਾਰ ਦੇਊਗੀ ਆਪਣੀ ਨੌਕਰੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਫਿਰ ਮੁੜ ਹਾਜ਼ਰ ਹੋਵਾਂਗੇ ਵੱਡੀਆਂ ਅਪਡੇਟ, ਜੇਕਰ ਕਿਸਾਨੀ ਅੰਦੋਲਨ ਦੇ ਨਾਲ ਜੁੜੀਆਂ ਜਿਹੜੀਆਂ ਵੱਡੀਆਂ ਅਪਡੇਟ ਹੋਣਗੀਆਂ ਉਹ ਇਸੇ ਪ੍ਰੋਗਰਾਮ ਦੇ ਵਿੱਚ ਫਿਰ ਇਸੇ ਤਰ੍ਹਾਂ ਚਰਚਾ ਕਰਾਂਗੇ। ਫਿਲਹਾਲ ਦੇ ਲਈ ਇਜਾਜ਼ਤ। ਡੱਲਾ ਜੀ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ।